ਹੈਲੋ एवरीवन ਵੈਲਕਮ ਬੈਕ ਟੂ ਵੰਸ ਅਗੇਨ। ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ ਜੀ 2018 ਦਾ ਦਸੰਬਰ ਸੀਟੈਟ ਦਾ ਜਿਹੜਾ ਐਗਜ਼ਾਮ ਹੋਇਆ ਉਹਦਾ ਪੇਪਰ 2 ਤੇ ਜਿਸਨੇ ਵੀ ਲੈਂਗੁਏਜ 1 ਚੁਣੀ ਹੈ ਪੰਜਾਬੀ, ਉਹ ਡਿਸਕਸ ਕਰਾਂਗੇ ਕਿ ਇਹਦੇ ਵਿੱਚ ਪੇਪਰ ਕਿਵੇਂ ਦਾ ਆਇਆ ਹੈਗਾ। ਠੀਕ ਹੈ, ਤਾਂ ਤੁਹਾਨੂੰ ਕਿਵੇਂ ਪਤਾ ਲੱਗੂਗਾ ਕਿ ਐਗਜ਼ਾਮ ਦੇ ਵਿੱਚ ਤੁਸੀਂ ਲੈਂਗੁਏਜ 1 ਚੁਣੀ ਹੈ ਜਾਂ ਸੈਕਿੰਡ ਚੁਣੀ ਹੈ। ਤਾਂ ਉਹ ਤੁਸੀਂ ਜਦੋਂ ਵੀ ਐਡਮਿਟਸ ਕਾਰਡ ਦੇ ਉੱਪਰ ਦੇਖੋਗੇ, ਜਿੱਥੇ ਵੀ ਜੇਕਰ ਤੁਸੀਂ ਲੈਂਗੁਏਜ 1 ਚੁਣੀ ਹੈ ਤਾਂ ਐਗਜ਼ਾਮ ਦੇ ਵਿੱਚ ਉੱਥੇ ਲੈਂਗੁਏਜ 1 ਵਾਲਾ ਹੀ ਪੇਪਰ ਅਟੈਂਪਟ ਕਰੋਗੇ। ਜੇਕਰ ਤੁਸੀਂ ਲੈਂਗੁਏਜ ਸੈਕਿੰਡ ਪੰਜਾਬੀ ਚੁਣੀ ਹੈ ਤਾਂ ਤੁਸੀਂ ਉੱਥੇ ਲਿਖਿਆ ਹੋਊਗਾ ਭਾਸ਼ਾ ਸੈਕਿੰਡ, ਤਾਂ ਉਸ ਤਰੀਕੇ ਨਾਲ ਤੁਸੀਂ ਜਿਹੜਾ ਕੀ ਆ ਉਸ ਪੇਪਰ ਨੂੰ ਹੀ ਅਟੈਂਪਟ ਕਰੋਗੇ। ਐਗਜ਼ਾਮ ਦੇ ਵਿੱਚ ਦੋਵੇਂ ਪੇਪਰ ਹੁੰਦੇ, ਲੈਂਗੁਏਜ 1 ਲੈਂਗੁਏਜ ਸੈਕਿੰਡ, ਤਾਂ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖਣਾ। ਬਾਕੀ ਮੈਂ ਤੁਹਾਨੂੰ ਹਰੇਕ ਪੇਪਰ ਸੋਲਵ ਕਰਨ ਤੋਂ ਪਹਿਲਾਂ ਹੈ ਨਾ, ਡਿਸਕਸ਼ਨ ਕਰਾਉਣ ਤੋਂ ਪਹਿਲਾਂ ਇਹ ਚੀਜ਼ ਜ਼ਰੂਰ ਦੱਸਦੀ ਹੁੰਦੀ ਤਾਂ ਕਿ ਤੁਹਾਨੂੰ ਕੋਈ ਕਨਫਿਊਜ਼ਨ ਨਾ ਹੋਵੇ ਐਗਜ਼ਾਮ ਦੇ ਵਿੱਚ। ਠੀਕ ਹੈ, ਤੇ ਹੁਣ ਤੱਕ ਦੇ ਜਿੰਨੇ ਵੀ ਪੁਰਾਣੇ ਸਟੂਡੈਂਟਸ ਹੈਗੇ ਆ ਜਿਨ੍ਹਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ, ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਤੇ ਜਿਹੜੇ ਨਿਊ ਸਟੂਡੈਂਟਸ ਵੀਡੀਓ ਵਾਚ ਕਰ ਰਹੇ ਹੋ ਵੀ ਪਲੀਜ਼ ਜ਼ਰੂਰ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਜੋ ਤੁਹਾਨੂੰ ਨਿਊ ਵੀਡੀਓਜ਼ ਦੇ ਰਿਗਾਰਡਿੰਗ ਨੋਟੀਫਿਕੇਸ਼ਨ ਟਾਈਮ 'ਤੇ ਮਿਲਦਾ ਰਹੇ। ਠੀਕ ਹੈ, ਅੱਜ ਦਾ ਪੇਪਰ ਡਿਸਕਸ ਕਰਨ ਤੋਂ ਪਹਿਲਾਂ ਜਿਹੜਾ ਕੀ ਆ ਇੱਕ ਡਾਊਟ ਕਲੀਅਰ ਕਰਦੇ ਹਾਂ। ਠੀਕ ਹੈ, ਕਿਸੇ ਸਟੂਡੈਂਟਸ ਦਾ ਜਿਹੜਾ ਕਿ ਕਮੈਂਟਸ ਆਇਆ ਸੀ ਕਿ ਮੈਮ ਸਾਡਾ ਇੱਕ ਕੁਐਸਚਨ ਦੇ ਵਿੱਚ ਡਾਊਟ ਆ ਪਿਛਲੀ ਵੀਡੀਓਜ਼ ਦੇ ਵਿੱਚ 126 ਨੰਬਰ ਵਾਲਾ ਕੁਐਸਚਨ। ਤਾਂ ਸਭ ਤੋਂ ਪਹਿਲਾਂ ਆਪਾਂ ਡਾਊਟ ਕਲੀਅਰ ਕਰਾਂਗੇ, ਉਸ ਤੋਂ ਬਾਅਦ ਜਿਹੜਾ ਕੀ ਆ ਇਹ ਪੂਰਾ ਪੇਪਰ ਤੁਹਾਨੂੰ ਮੈਂ ਡਿਸਕਸ ਕਰਵਾਉਂਗੀ ਕਿ ਕਿਸ ਤਰੀਕੇ ਨਾਲ ਕੁਐਸਚਨ ਦੇ ਵਿੱਚ ਤੁਸੀਂ ਆਨਸਰ ਫਾਈਂਡ ਕਰਨੇ ਆ ਤੇ ਘੱਟ ਸਮੇਂ ਦੇ ਵਿੱਚ ਕਿਵੇਂ ਤੁਸੀਂ ਕਿਸੇ ਚੀਜ਼ ਨੂੰ ਕਰ ਸਕਦੇ ਹੋ। ਠੀਕ ਹੈ, ਸਭ ਤੋਂ ਪਹਿਲਾਂ ਆਪਾਂ ਉਹ ਕੁਐਸਚਨ ਲੈ ਲੈਂਦੇ ਹਾਂ ਜੀ। ਤਾਂ ਕੁਐਸਚਨ ਕੀ ਸੀਗਾ, ਦੇਖੋ ਹੇਠ ਲਿਖਿਆਂ ਵਿੱਚੋਂ ਕਿਹੜੇ ਉਦੇਸ਼ ਲਈ ਭਾਸ਼ਾ ਸਿੱਖਣ ਦੀ ਲੋੜ ਨਹੀਂ ਹੁੰਦੀ। ਠੀਕ ਹੈ, ਯਾਨੀ ਕਿ ਲੈਂਗੁਏਜ ਨੂੰ ਸਿੱਖਣ ਦੀ ਲੋੜ ਨਹੀਂ ਹੈਗੀ ਕਿ ਉਹਦਾ ਏਮ ਕੀ ਹੈ। ਫਸਟ ਹੈਗਾ ਜੀਵਨ ਦੇ ਵਿਭਿੰਨ ਪੜਾਵਾਂ ਨੂੰ ਜਾਣਨ ਲਈ, ਸੈਕਿੰਡ ਹੈ ਭਾਸ਼ਾ ਦੇ ਬੋਧ ਨੂੰ ਸਿੱਖਣ ਲਈ, ਥਰਡ ਹੈ ਆਂਤਰਿਕ ਸਵਰ ਨੂੰ ਕਹਿਣ ਤੇ ਸੁਣਨ ਲਈ, ਤੇ ਫੋਰਥ ਹੈ ਜੀਵਨ ਦੇ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ। ਠੀਕ ਹੈ, ਜੇਕਰ ਆਪਾਂ ਗੱਲ ਕਰੀਏ ਜੀਵਨ ਦੇ ਵਿਭਿੰਨ ਪੜਾਵਾਂ ਨੂੰ ਜਾਣਨ ਲਈ, ਦੇਖੋ ਲੈਂਗੁਏਜ ਅਸੀਂ ਕਿਉਂ ਸਿੱਖਦੇ ਹੈਗੇ ਹਾਂ, ਕਿਉਂਕਿ ਜੇਕਰ ਸਾਨੂੰ ਲੈਂਗੁਏਜ ਆਉਂਦੀ ਆ ਇਹਦੇ ਨਾਲ ਅਸੀਂ ਜੀਵਨ ਦੀ ਲਾਈਫ ਦੇ ਅਲੱਗ-ਅਲੱਗ ਪੜਾਵਾਂ ਬਾਰੇ ਜਾਣ ਸਕਦੇ ਹੈਗੇ ਹਾਂ। ਠੀਕ ਹੈ, ਜੇਕਰ ਅਸੀਂ ਥਰਡ ਪੁਆਇੰਟ ਦੀ ਗੱਲ ਕਰੀਏ ਆਂਤਰਿਕ ਸਵਰ ਦੇ ਕਹਿਣ ਤੇ ਸੁਣਨ ਲਈ, ਠੀਕ ਹੈ, ਕਿਸ ਤਰੀਕੇ ਨਾਲ ਅਸੀਂ ਕਿਸੇ ਚੀਜ਼ ਨੂੰ ਸੁਣਨਾ, ਕਿਸ ਤਰੀਕੇ ਨਾਲ ਅਸੀਂ ਉਸ ਚੀਜ਼ ਨੂੰ ਕਹਿਣਾ ਹੈਗਾ। ਠੀਕ ਹੈ, ਇਹ ਸਾਰੀਆਂ ਚੀਜ਼ਾਂ ਹੈ ਨਾ, ਜੋ ਵੀ ਸਾਡੀ ਪ੍ਰੋਨਾਂਸੀਏਸ਼ਨ ਹੈ, ਕਿਸ ਤਰੀਕੇ ਨਾਲ ਉਸ ਚੀਜ਼ ਨੂੰ ਬੋਲਣਾ, ਤਾਂ ਇਹਦੇ ਲਈ ਵੀ ਭਾਸ਼ਾ ਦੀ ਲੋੜ ਸਾਨੂੰ ਪੈਂਦੀ ਹੈ। ਠੀਕ ਹੈ, ਸਿੱਖਣ ਦੀ ਲੋੜ ਪੈਂਦੀ ਹੈ ਕਿਉਂਕਿ ਭਾਸ਼ਾ ਜੇਕਰ ਅਸੀਂ ਚੰਗੀ ਤਰੀਕੇ ਨਾਲ ਸਿੱਖੀ ਹੋਊਗੀ ਤਾਂ ਹੀ ਸਾਨੂੰ ਉਸ ਚੀਜ਼ਾਂ ਦਾ ਮਤਲਬ ਤੇ ਮੀਨਿੰਗ ਕਲੀਅਰ ਹੋਣਗੇ। ਠੀਕ ਹੈ, ਜੇਕਰ ਅਸੀਂ ਫੋਰਥ ਪੁਆਇੰਟ ਦੀ ਗੱਲ ਕਰੀਏ ਭਾਸ਼ਾ ਦੇ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਜੀਵਨ ਦੇ ਵਿਭਿੰਨ ਜ਼ਰੂਰਤਾਂ ਨੂੰ ਪੂਰਾ ਕਰਨ ਲਈ, ਲਾਈਫ ਦੇ ਵਿੱਚ ਜਿੰਨੀਆਂ ਵੀ ਸਾਡੀਆਂ ਨੀਡਸ ਹੈਗੀਆਂ ਉਹਨਾਂ ਜ਼ਰੂਰਤਾਂ ਨੂੰ ਪੂਰਾ ਕਰਨ ਲਈ ਅਸੀਂ ਲੈਂਗੁਏਜ ਸਿੱਖਦੇ ਹਾਂ। ਤੇ ਇਹ ਵੀ ਇੰਪੋਰਟੈਂਟ ਆ, ਵਿਦਆਊਟ ਲੈਂਗੁਏਜ ਅਸੀਂ ਕੁਛ ਵੀ ਨਹੀਂ ਕਰ ਸਕਦੇ। ਇਹਦਾ ਸੈਕਿੰਡ ਜਿਹੜਾ ਆਨਸਰ ਹੈਗਾ ਭਾਸ਼ਾ ਦੇ ਬੋਧ ਨੂੰ ਸਿੱਖਣ ਲਈ, ਇਹਦਾ ਇਹ ਕਿਉਂ ਆਨਸਰ ਬਣਿਆ, ਕਿਉਂਕਿ ਇਹਦੇ ਵਿੱਚ ਲਿਖਿਆ ਹੋਇਆ ਲੈਂਗੁਏਜ ਦੇ ਬੋਧ ਦਾ ਮਤਲਬ ਹੁੰਦਾ ਕੰਪਰੀਹੈਂਸਿਵ ਨੂੰ ਸਿੱਖਣ ਲਈ। ਕੱਲੀ ਸਿਰਫ ਅਸੀਂ ਜੇਕਰ ਇਹ ਗੱਲ ਕਹੀਏ ਕਿ ਭਾਸ਼ਾ ਦੇ ਕੰਪਰੀਹੈਂਸਿਵ ਨੂੰ ਸਿੱਖਣ ਦੀ ਜਿਹੜੀ ਕਿ ਸਾਨੂੰ ਕੋਈ ਲੋੜ ਨਹੀਂ ਪੈਂਦੀ, ਕਿਉਂਕਿ ਸਟਾਰਟਿੰਗ ਦੇ ਵਿੱਚ ਲੈਂਗੁਏਜ ਜਦੋਂ ਵੀ ਕੋਈ ਬੱਚਾ ਸਿੱਖਦਾ ਉਹ ਨੈਚੁਰਲੀ ਵੇ ਤਰੀਕੇ ਨਾਲ ਸਿੱਖਦਾ। ਅਸੀਂ ਸਿੱਧਾ ਉਹਦੇ 'ਤੇ ਇਹ ਸਟ੍ਰੈਸ ਨਹੀਂ ਪਾਉਂਦੇ ਕਿ ਘਰ ਦੇ ਵਿੱਚ ਸਾਰੇ ਗ੍ਰਾਮਰ ਹੀ ਬੋਲੀ ਜਾਂਦੇ ਹੈਗੇ ਆ। ਠੀਕ ਹੈ, ਬੱਚਾ ਨੈਚੁਰਲੀ ਵੇ ਨਾਲ ਸਿੱਖਦਾ। ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਹਾਂ ਕਿ ਜੇਕਰ ਇਹ ਕਿਹਾ ਜਾਵੇ ਕਿ ਭਾਸ਼ਾ ਨੂੰ ਸਿੱਖਣ ਦੀ ਕਿਹੜੀ ਚੀਜ਼ ਦੀ ਲੋੜ ਨਹੀਂ ਹੁੰਦੀ, ਕਿਹੜਾ ਉਦੇਸ਼ ਮੰਨਾਂਗੇ, ਤਾਂ ਭਾਸ਼ਾ ਦੇ ਕੰਪਰੀਹੈਂਸ਼ਨ ਯਾਨੀ ਕਿ ਲੈਂਗੁਏਜ ਕੰਪਰੀਹੈਂਸ਼ਨ ਨੂੰ ਸਿੱਖਣ ਦੀ ਜਿਹੜੀ ਕਿ ਲੋੜ ਨਹੀਂ ਪੈਂਦੀ। ਠੀਕ ਹੈ, ਤੇ ਇਹਦਾ ਰਾਈਟ ਆਨਸਰ ਜਿਹੜਾ ਕਿ ਸੈਕਿੰਡ ਹੀ ਬਣਦਾ। ਆਈ ਹੋਪ ਤੁਹਾਡਾ ਜਿਹੜਾ ਕੀ ਆ ਜੇ ਕਿਸੇ ਦਾ ਡਾਊਟ ਸੀ ਉਹ ਕਲੀਅਰ ਹੋ ਚੁੱਕਿਆ ਹੋਊਗਾ। ਠੀਕ ਹੈ, ਮੈਂ ਆਪਦੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਹੈ ਕੁਐਸਚਨ ਨੂੰ ਜਿਹੜਾ ਕਿ ਕਲੀਅਰ ਕਰਨ ਦੀ। ਠੀਕ ਹੈ, ਤਾਂ ਚਲਿਏ ਹੁਣ ਆਪਾਂ ਡਿਸਕਸ ਕਰਦੇ ਹੈਗੇ ਹਾਂ ਜੀ ਜਿਹੜਾ ਪੇਪਰ 2 ਦੇ ਵਿੱਚ ਲੈਂਗੁਏਜ ਫਸਟ ਜਿਹੜਾ ਕੀ ਆਇਆ ਐਗਜ਼ਾਮ ਪੰਜਾਬੀ ਦਾ, ਉਹਦੇ ਬਾਰੇ ਡਿਸਕਸ ਕਰਦੇ ਹਾਂ। ਅੱਜ ਦਾ ਜਿਹੜਾ ਕਿ ਆਪਣਾ ਫਸਟ ਜਿਹੜਾ ਕੁਐਸਚਨ ਹੈਗਾ ਜੀ 91, ਭਾਸ਼ਾ ਦੇ ਅਧਿਆਪਨ ਵਿੱਚ ਕਮਜ਼ੋਰ ਵਿਦਿਆਰਥੀਆਂ ਲਈ ਸਭ ਤੋਂ ਚੰਗਾ ਤਰੀਕਾ ਕੀ ਹੈ। ਠੀਕ ਹੈ, ਅਸੀਂ ਲੈਂਗੁਏਜ ਟੀਚ ਕਰਾ ਰਹੇ ਹਾਂ ਤੇ ਜਿਹੜੇ ਵੀਕ ਸਟੂਡੈਂਟ ਆ ਉਹਨਾਂ ਲਈ ਸਭ ਤੋਂ ਚੰਗਾ ਤਰੀਕਾ ਕਿਹੜਾ ਹੋਊਗਾ ਲੈਂਗੁਏਜ ਸਿਖਾਉਣ ਦਾ। ਠੀਕ ਹੈ, ਫਸਟ ਹੈਗਾ ਜੀ ਵਿਅਕਤੀਗਤ ਅਧਿਆਪਨ ਕਰਾਉਣਾ। ਠੀਕ ਹੈ, ਸੈਕਿੰਡ ਹੈ ਸਮੂਹਿਕ ਅਧਿਆਪਨ ਕਰਾਉਣਾ, ਥਰਡ ਹੈ ਬਰਾਬਰ ਦੇ ਬੱਚਿਆਂ ਨੂੰ ਪੜ੍ਹਾਉਣਾ, ਜਾਂ ਇਹ ਸਾਰੇ। ਦੇਖੋ ਜੇਕਰ ਇਹਦਾ ਰਾਈਟ ਆਨਸਰ ਬਣਦਾ ਹੈਗਾ ਤਾਂ ਉਹ ਹੈਗਾ ਵਿਅਕਤੀਗਤ ਅਧਿਆਪਨ ਕਰਾਉਣਾ। ਕਿਉਂ? ਕਿਉਂਕਿ ਕਲਾਸ ਦੇ ਵਿੱਚ ਹਰੇਕ
ਅਲੱਗ-ਅਲੱਗ ਤਰ੍ਹਾਂ ਦੇ ਬੱਚੇ ਹੈਗੇ ਆ, ਹਰੇਕ ਬੱਚੇ ਦੇ ਵਿਅਕਤੀਗਤ ਧਿਆਨ ਕੀਤਾ ਜਾਵੇ, ਕਿਸ ਬੱਚੇ ਨੂੰ ਕਿੰਨੀ ਚੀਜ਼ ਸਮਝ ਆ ਰਹੀ ਹੈ, ਕਿਸ ਬੱਚੇ ਨੂੰ ਕਿੰਨੀ ਸਮਝ ਨਹੀਂ ਆ ਰਹੀ, ਤਾਂ ਇਹਦਾ ਫਸਟ ਹੀ ਰਾਈਟ ਆਨਸਰ ਬਣਦਾ। ਜੇਕਰ ਆਪਾਂ ਸੈਕਿੰਡ ਪੁਆਇੰਟ ਦੀ ਗੱਲ ਕਰੀਏ ਕਿ ਸਮੂਹਿਕ ਅਧਿਆਪਨ ਕਿਉਂ ਨਹੀਂ ਬਣਦਾ, ਗਰੁੱਪ ਦੇ ਵਿੱਚ ਜੇਕਰ ਅਸੀਂ ਬੱਚੇ ਨੂੰ ਟੀਚ ਕਰਾਵਾਂਗੇ ਤਾਂ ਗਰੁੱਪ ਦੇ ਵਿੱਚ ਅਸੀਂ ਇਹ ਚੀਜ਼ ਕਦੀ ਨਹੀਂ ਫਾਈਂਡ ਕਰ ਸਕਦੇ ਕਿ ਸਾਰੇ ਬੱਚਿਆਂ ਵਿੱਚੋਂ ਕਿਹੜੇ ਬੱਚੇ ਜਿਹੜੇ ਕਿ ਵਧੀਆ ਤਰੀਕੇ ਨਾਲ ਸਿੱਖ ਰਹੇ ਆ ਜਾਂ ਨਹੀਂ। ਠੀਕ ਹੈ, ਬਰਾਬਰ ਦੇ ਬੱਚਿਆਂ ਨੂੰ ਪੜ੍ਹਾਉਣ ਬਾਰੇ ਇਹਦੇ ਬਾਰੇ ਕੋਈ ਗੱਲ ਨਹੀਂ ਹੋ ਸਕਦੀ ਕਿ ਸਾਰੇ ਇੱਕੋ ਜਿਹੇ ਬੱਚੇ ਲੈ ਲਿੱਤੇ ਜਾਣ ਬਰਾਬਰ ਦੇ, ਤਾਂ ਉਹਦੇ ਵਿੱਚ ਉਹ ਕੋਈ ਚੀਜ਼ ਨਹੀਂ, ਫਿਰ ਤਾਂ ਅਸੀਂ ਫਾਈਂਡ ਹੀ ਨਹੀਂ ਕਰ ਪਾਵਾਂਗੇ ਵੀ ਕਮਜ਼ੋਰ ਵਿਦਿਆਰਥੀ ਕਿਹੜੇ ਹੋਣਗੇ। ਠੀਕ ਹੈ, ਤੇ ਇਹ ਸਾਰੇ ਜਿਹੜਾ ਨਹੀਂ ਬਣਦਾ, ਤੇ ਇਹਦਾ ਜਿਹੜਾ ਕੀ ਹੈ ਫਸਟ ਹੀ ਰਾਈਟ ਆਨਸਰ ਹੈ। ਨੈਕਸਟ ਕੁਐਸਚਨ ਹੈਗਾ ਜੀ, ਭਾਸ਼ਾ ਅਧਿਆਪਨ ਦੇ ਵਸਤੂਨਿਸ਼ਟ ਮੁਲਾਂਕਣ ਲਈ ਜ਼ਰੂਰੀ ਹੈ ਕਿ ਉਹ ਡੈਸ਼ ਹੋਵੇ। ਠੀਕ ਹੈ, ਕੀ ਹੋਵੇ, ਤਾਂ ਇਹਦਾ ਕਿ ਉਹ ਵਸਤੂਨਿਸ਼ਟ ਤੇ ਆਲੋਚਨਾਤਮਕ ਹੋਵੇ। ਵਸਤੂਨਿਸ਼ਟ ਕੀ ਹੁੰਦਾ, ਪਹਿਲਾਂ ਇਹਦਾ ਮੀਨਿੰਗ ਦੇਖ ਲਓ। ਵਸਤੂਨਿਸ਼ਟ ਦਾ ਮਤਲਬ ਹੁੰਦਾ ਆਬਜੈਕਟਿਵ, ਤੇ ਆਲੋਚਨਾਤਮਕ ਦਾ ਹੁੰਦਾ ਕ੍ਰਿਟੀਕਲ ਹੋਵੇ। ਠੀਕ ਹੈ, ਸੈਕਿੰਡ ਹੈ ਬੋਧਾਤਮਿਕ ਤੇ ਵਿਵਹਾਰਿਕ ਹੋਵੇ, ਯਾਨੀ ਕਿ ਪ੍ਰਸਪੈਕਟਿਵ ਹੋਵੇ ਤੇ ਪ੍ਰੈਕਟੀਕਲ ਹੋਵੇ। ਥਰਡ ਹੈ ਭਰੋਸੇਯੋਗ ਤੇ ਵੈਧ ਹੋਵੇ, ਯਾਨੀ ਕਿ ਟਰਸਟਫੁਲ ਹੋਵੇ, ਵੈਧ ਮਤਲਬ ਉਸ ਚੀਜ਼ ਦੀ ਵੈਲਿਡਿਟੀ ਹੋਵੇ। ਜਾਂ ਫੋਰਥ ਹੈ ਸਾਰੇ ਹੋਣ। ਠੀਕ ਹੈ, ਕੀ ਕਰ ਰਹੇ ਅਸੀਂ ਭਾਸ਼ਾ ਅਧਿਆਪਨ ਦੇ ਵਿੱਚ ਵਸਤੂਨਿਸ਼ਟ ਮੁਲਾਂਕਣ ਕਰ ਰਹੇ ਹਾਂ, ਕਿਸੇ ਓਬਜੈਕਟਿਵ ਚੀਜ਼ ਹਾਂਜੀ ਓਬਜੈਕਟਿਵ ਚੀਜ਼ ਦਾ ਜਿਹੜਾ ਕਿ ਮੁਲਾਂਕਣ ਜ਼ਰੂਰੀ ਹੈ ਡੈਸ਼ ਹੋਵੇ। ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਜੀ ਫੋਰਥ, ਕਿਉਂਕਿ ਇਹਦੇ ਵਿੱਚ ਸਾਰੀਆਂ ਚੀਜ਼ਾਂ ਹੀ ਸ਼ਾਮਿਲ ਆ। ਓਬਜੈਕਟਿਵ ਵੀ ਹੋਣਾ ਚਾਹੀਦਾ, ਠੀਕ ਹੈ, ਕ੍ਰਿਟੀਕਲ ਵੀ, ਆਲੋਚਨਾਤਮਕ ਕ੍ਰਿਟੀਕਲ ਵੀ ਹੋਣਾ ਚਾਹੀਦਾ। ਇਹੋ ਜਿਹੀ ਚੀਜ਼ ਦਿੱਤੀ ਜਾਵੇ ਜਿਹਦੇ ਵਿੱਚ ਤੁਹਾਡੇ ਕ੍ਰਿਟੀਕਲ ਥਿੰਕਿੰਗ ਲੱਗੇ। ਠੀਕ ਹੈ, ਬੋਧਾਤਮਕ ਪਰਸਪੈਕਟਿਵ ਵੀ, ਜਿਹੜਾ ਤੁਹਾਡਾ ਨਜ਼ਰੀਆ ਉਹ ਵੀ ਚੀਜ਼ ਸ਼ਾਮਿਲ ਹੋਣੀ ਚਾਹੀਦੀ ਹੈ, ਤੇ ਪ੍ਰੈਕਟੀਕਲ ਵੀ ਹੋਵੇ। ਤਾਂ ਅਸੀਂ ਕਹਿ ਸਕਦੇ ਹਾਂ ਕਿ ਸਾਰੇ ਆਪਸ਼ਨਾਂ ਹੀ ਸਹੀ ਹੈ, ਭਰੋਸੇਯੋਗ ਤੇ ਵੈਲਿਡਿਟੀ ਵੀ ਹੋਵੇ ਇਹਦੀ, ਤਾਂ ਅਸੀਂ ਇਹਦਾ ਜਿਹੜਾ ਕੀ ਹੈ ਫੋਰਥ ਰਾਈਟ ਆਨਸਰ ਹੈਗਾ। ਠੀਕ ਹੈ, ਨੈਕਸਟ ਕੁਐਸਚਨ ਦੀ ਗੱਲ ਕਰਦੇ ਹਾਂ ਜੀ। 93 ਹੇਠ ਲਿਖਿਆਂ ਵਿੱਚੋਂ ਕਿਹੜਾ ਭਾਸ਼ਾ ਅਧਿਆਪਨ ਦਾ ਉਦੇਸ਼ ਨਹੀਂ ਹੈ। ਨੈਗੇਟਿਵ ਕੁਐਸਚਨ ਪੁੱਛਿਆ ਗਿਆ ਹੈ। ਠੀਕ ਹੈ, ਨੈਗੇਟਿਵ ਆ, ਧਿਆਨ ਰੱਖਣਾ ਜਿੱਥੇ ਨੈਗੇਟਿਵ ਕੁਐਸਚਨ ਆ। ਕਿਹੜਾ ਅਧਿਆਪਨ ਦਾ ਜਿਹੜਾ ਕੀ ਆ ਉਦੇਸ਼ ਨਹੀਂ ਹੈ। ਵਿਚਾਰਾਂ ਦੀ ਅਭਿਵਿਅਕਤੀ ਕਰਾਉਣਾ, ਠੀਕ ਹੈ, ਭਾਸ਼ਾ ਦੀ ਸਮਝ ਕਰਵਾਉਣਾ, ਠੀਕ ਹੈ, ਜਾਂ ਲੇਖਨ ਨਿਪੁੰਨਤਾ ਕਰਾਉਣੀ, ਜਾਂ ਸਿਰਜਣਾਤਮਕ ਕਰਾਉਣਾ। ਕੀ ਆਊਗਾ ਚਾਰੇ ਆਪਸ਼ਨਾਂ ਦੇ ਵਿੱਚ, ਤਾਂ ਇਹਦਾ ਰਾਈਟ ਆਨਸਰ ਹੈਗਾ ਜੀ ਉਹ ਹੈਗਾ ਥਰਡ, ਇਹਦਾ ਰਾਈਟ ਆਨਸਰ ਹੈ ਲੇਖਨ ਦੀ ਨਿਪੁੰਨਤਾ ਕਰਾਉਣੀ। ਦੇਖੋ ਵਿਚਾਰਾਂ ਦੀ ਅਭਿਵਿਅਕਤੀ ਤਾਂ ਇਹਦੇ ਵਿੱਚ ਸ਼ਾਮਿਲ ਹੋਊਗੀ ਨਾ, ਕਿਉਂਕਿ ਹਰੇਕ ਵਿਅਕਤੀ ਦੇ ਅਲੱਗ-ਅਲੱਗ ਵਿਚਾਰ ਸ਼ਾਮਿਲ ਹੋਣਗੇ, ਤਾਂ ਅਸੀਂ ਭਾਸ਼ਾ ਅਧਿਆਪਨ ਦੇ ਵਿੱਚ ਇਸ ਚੀਜ਼ ਨੂੰ ਸ਼ਾਮਿਲ ਕਰਦੇ ਹਾਂ। ਇਹ ਜਿਹੜਾ ਕੀ ਆ ਪੋਜ਼ਿਟਿਵ ਪੁਆਇੰਟ ਆ। ਜੇਕਰ ਅਸੀਂ ਕਹੀਏ ਭਾਸ਼ਾ ਦੀ ਸਮਝ, ਲੈਂਗੁਏਜ ਦੀ ਸਮਝ ਆਉਣੀ ਵੀ ਜ਼ਰੂਰੀ ਬਣਦੀ ਹੈ। ਜੇਕਰ ਲੈਂਗੁਏਜ ਦੀ ਸਮਝ ਨਹੀਂ ਆਊਗੀ ਤਾਂ ਅਸੀਂ ਕਿਸ ਤਰੀਕੇ ਨਾਲ ਜਿਹੜਾ ਕਿ ਟੀਚ ਕਰ ਪਾਵਾਂਗੇ। ਠੀਕ ਹੈ, ਸਿਰਜਣਾਤਮਕ ਤੁਹਾਡੀ ਕ੍ਰੀਏਟੀਵਿਟੀ ਵੀ ਇਸ ਚੀਜ਼ ਵਿੱਚ ਜ਼ਰੂਰ ਆਉਣੀ ਚਾਹੀਦੀ ਹੈ। ਠੀਕ ਹੈ, ਲੇਖਨ ਨਿਪੁੰਨਤਾ, ਯਾਨੀ ਕਿ ਜੇਕਰ ਤੁਸੀਂ ਇਹ ਕਹੀਏ ਕਿ ਤੁਸੀਂ ਇਕੱਲੇ ਲੈਂਗੁਏਜ ਦੇ ਵਿੱਚ ਮਾਹਿਰ ਹੈਗੇ ਆ, ਠੀਕ ਹੈ, ਐਕਸਪਰਟ ਹੋ, ਤੇ ਇਕੱਲੀ ਤੁਹਾਡੀ ਉਹੀ ਚੀਜ਼ ਨੂੰ ਹੀ ਗਿਣਿਆ ਜਾਵੇ, ਤਾਂ ਮੰਨ ਲਓ ਤੁਸੀਂ ਖੁਦ ਬ ਖੁਦ ਮਾਹਿਰ ਆ ਇਸ ਚੀਜ਼ ਦੇ ਵਿੱਚ, ਬਟ ਦੂਜਿਆਂ ਨੂੰ ਕੋਈ ਇਹਦੇ ਬਾਰੇ ਸਮਝ ਨਾ ਆਵੇ, ਤਾਂ ਉਹਦਾ ਇਹ ਉਦੇਸ਼ ਨਹੀਂ ਹੋਣਾ ਚਾਹੀਦਾ ਟੀਚਿੰਗ ਦਾ ਕਿ ਜਿਹੜੀ ਚੀਜ਼ ਹੈਗੀ ਆ ਬਸ ਬੱਚੇ ਨੂੰ ਕਰਵਾ ਦਿਓ, ਬੱਚੇ ਨੂੰ ਸਮਝ ਆਵੇ ਨਾ ਆਵੇ। ਠੀਕ ਹੈ, ਉਹਦੇ 'ਤੇ ਡਿਪੈਂਡ ਕਰਦਾ, ਇਹ ਚੀਜ਼ ਨਹੀਂ ਹੋਣੀ ਚਾਹੀਦੀ। ਇਸ ਤਰੀਕੇ ਨਾਲ ਅਸੀਂ ਕਹਿ ਸਕਦੇ ਇਕੱਲੀ ਲੇਖਨ ਨਿਪੁੰਨਤਾ ਨੂੰ ਅਸੀਂ ਉਹਦਾ ਅਧਿਆਪਨ ਦਾ ਉਦੇਸ਼ ਜਿਹੜਾ ਕੀ ਹੈ ਨਹੀਂ ਮੰਨਦੇ। ਠੀਕ ਹੈ, ਨੈਕਸਟ ਕੁਐਸਚਨ ਆ ਗਿਆ ਜੀ, ਭਾਸ਼ਾ ਕੌਸ਼ਲ ਦੇ ਸੰਦਰਭ ਵਿੱਚ ਕਿਹੜਾ ਕਥਨ ਠੀਕ ਹੈ। ਠੀਕ ਹੈ, ਲੈਂਗੁਏਜ ਸਕਿੱਲ ਦੇ ਵਿੱਚ ਠੀਕ ਨਹੀਂ ਹੈ, ਨੈਗੇਟਿਵ ਪੁੱਛਿਆ ਗਿਆ। ਫਿਰ ਇਹਦੇ ਵਿੱਚੋਂ ਫਸਟ ਹੈ ਭਾਸ਼ਾ ਕੌਸ਼ਲ ਦੇ ਵਿਕਾਸ ਵਿੱਚ ਵਿਵਹਾਰ ਦੀ ਤੁਲਨਾ ਵਿੱਚ ਭਾਸ਼ਾ ਸਿਧਾਂਤ ਦੇ ਵਧੇਰੇ ਮਹੱਤਵਪੂਰਨ ਕਰਨਾ। ਠੀਕ ਹੈ, ਸੈਕਿੰਡ ਹੈਗਾ ਬੱਚੇ ਨੂੰ ਸਿਰਫ ਸੁਣਨ, ਬੋਲਣ, ਪੜ੍ਹਨ ਤੇ ਲਿਖਣ ਦੇ ਕ੍ਰਮ ਵਿੱਚ ਹੀ ਭਾਸ਼ਾ ਸਿੱਖਦੇ ਆ ਬੱਚੇ। ਠੀਕ ਹੈ, ਥਰਡ ਹੈ ਸਕੂਲ ਵਿੱਚ ਪੜ੍ਹਨ ਤੇ ਲੇਖਣ ਕੌਸ਼ਲ ਉੱਪਰ ਹੀ ਬਲ ਦੇਣਾ ਚਾਹੀਦਾ। ਜਾਂ ਫੋਰਥ ਹੈ ਭਾਸ਼ਾ ਦੇ ਸਾਰੇ ਯਾਨੀ ਚਾਰੇ ਕੌਸ਼ਲ ਆਪਸ ਵਿੱਚ ਸੰਬੰਧਿਤ ਹਨ। ਜੇਕਰ ਆਪਾਂ ਪਹਿਲਾਂ ਪੋਜ਼ਿਟਿਵ ਪੁਆਇੰਟ ਕੱਢ ਲੈਂਦੇ ਹਾਂ ਕਿ ਕਿਹੜੇ ਕਿਹੜੇ ਆ। ਠੀਕ ਹੈ, ਫੋਰਥ ਪੁਆਇੰਟ ਬਹੁਤ ਹੀ ਇੰਪੋਰਟੈਂਟ ਆ ਕਿ ਭਾਸ਼ਾ ਦੇ ਸਾਰੇ ਜਾਨੀ ਜਿੰਨੇ ਵੀ ਚਾਰ ਕੌਸ਼ਲ ਕਿਹੜੇ ਕਿਹੜੇ ਆ, ਰਾਈਟਿੰਗ, ਸਪੀਕਿੰਗ, ਰੀਡਿੰਗ ਤੇ ਲਿਸਨਿੰਗ। ਠੀਕ ਹੈ, ਚਾਰਾਂ ਦਾ ਆਪਸ ਵਿੱਚ ਸੰਬੰਧ ਹੈਗਾ। ਠੀਕ ਹੈ, ਚਾਰਾਂ ਦੇ ਨਾਲ ਜਿਹੜਾ ਕੀ ਹੈ ਇੱਕ ਬੱਚਾ ਜਿਹੜਾ ਕੀ ਹੈ ਵਧੀਆ ਬਣਦਾ ਹੈਗਾ। ਜੇਕਰ ਆਪਾਂ ਕਹੀਏ ਸਕੂਲਾਂ ਵਿੱਚ ਪੜ੍ਹਨ ਤੇ ਲਿਖਣ ਕੌਸ਼ਲ ਉੱਪਰ ਬਲ ਦੇਣਾ ਚਾਹੀਦਾ ਹੈ ਨਾ, ਸਕੂਲ ਦੇ ਵਿੱਚ ਬੱਚਾ ਕੀ ਕਰਦਾ, ਪੜ੍ਹਦਾ ਤੇ ਲਿਖਣ ਕਰਦਾ ਹੈ ਨਾ, ਕੀ ਕਰਦਾ, ਪੜ੍ਹਦਾ ਵੀ ਆ, ਰੀਡ ਵੀ ਕਰਦਾ ਤੇ ਉਸ ਚੀਜ਼ ਨੂੰ ਰਾਈਟ ਵੀ ਦਿਖਾਉਂਦਾ। ਤੇ ਇਹ ਆਪਾਂ ਕਹਿ ਸਕਦੇ ਹਾਂ ਕਿ ਬਲ ਦੇਣਾ ਚਾਹੀਦਾ ਇਸ ਚੀਜ਼ਾਂ ਦੇ ਉੱਤੇ, ਕਿਉਂਕਿ ਸਕੂਲ ਇੱਕ ਇਹੋ ਜਿਹਾ ਪਲੈਟਫਾਰਮ ਆ ਜਿੱਥੇ ਬੱਚਾ ਜਿਹੜਾ ਕੀ ਹੈ ਪੜ੍ਹਨਾ ਸਿੱਖਦਾ ਹੈ ਨਾ, ਲਿਖਣਾ ਸਿੱਖਦਾ। ਨੈਕਸਟ ਜੇਕਰ ਆਪਾਂ ਸੈਕਿੰਡ ਪੁਆਇੰਟ ਦੀ ਗੱਲ ਕਰੀਏ ਕਿ ਬੱਚੇ ਸਿਰਫ ਠੀਕ ਹੈ ਸੁਣਨ, ਬੋਲਣ ਤੇ ਪੜ੍ਹਨ ਤੇ ਲਿਖਣ ਦੇ ਕ੍ਰਮ ਵਿੱਚ ਹੀ ਭਾਸ਼ਾ ਸਿੱਖਦੇ ਆ, ਤਾਂ ਇਹ ਕਹਿਣਾ ਜਿਹੜਾ ਕੀ ਹੈ ਰੋਂਗ ਹੈਗਾ।
ठीक है। यही ਇਹਦਾ ਜਿਹੜਾ ਕੀ ਹੈ ਨੈਗੇਟਿਵ ਪੁਆਇੰਟ ਬਣਦਾ। ਜਿੱਥੇ ਸਿਰਫ ਦੀ ਗੱਲ ਆਵੇ, ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ, ਜਿੱਥੇ ਓਨਲੀ ਵਰਡ ਆ ਗਿਆ, ਸਿਰਫ ਵਰਡ ਆ ਗਿਆ, ਉਹ ਹਮੇਸ਼ਾ ਨੈਗੇਟਿਵ ਵਾਲਾ ਪੁਆਇੰਟ ਹੋਊਗਾ। ਇੱਥੋਂ ਤਾਂ ਆਪਾਂ ਨੂੰ ਪਤਾ ਲੱਗਦਾ ਹੈ। ਬਟ ਜੇਕਰ ਆਪਾਂ ਇਹ ਚੀਜ਼ ਵੇਖੀਏ ਸੁਣਨ, ਬੋਲਣ, ਪੜ੍ਹਨ, ਲਿਖਣ, ਹੁਣ ਕਾफ़ी ਸਾਰੇ ਸਟੂਡੈਂਟਸ ਦੇ ਮਾਈਂਡ ਦੇ ਵਿੱਚ ਇਹ ਵੀ ਡਾਊਟ ਹੋਊਗਾ ਕਿ ਮੈਡਮ ਨੇ ਕਿਹਾ ਸੀ ਕਿ ਬੱਚਾ ਪਹਿਲਾਂ ਸੁਣਦਾ, ਫਿਰ ਬੋਲਦਾ, ਫਿਰ ਪੜ੍ਹਦਾ, ਫਿਰ ਲਿਖਣ ਦਾ, ਠੀਕ ਹੈ। ਬਟ ਇਹਨਾਂ ਨੇ ਕੀ ਕਿਹਾ, ਬੱਚੇ ਸਿਰਫ ਸੁਣਨ, ਬੋਲਣ ਅਤੇ ਪੜ੍ਹਨ ਅਤੇ ਲਿਖਣ ਦੇ ਕ੍ਰਮ ਵਿੱਚ ਹੀ ਭਾਸ਼ਾ ਸਿੱਖਦੇ ਆ। ਕੀ ਇਹ ਚੀਜ਼ ਸਹੀ ਹੈਗੀ ਹੈ? ਹੋ ਸਕਦਾ ਬੱਚਾ ਪਹਿਲਾਂ ਬੋਲਣਾ ਸਿੱਖ ਜੇ, ਠੀਕ ਹੈ, ਉਸ ਤੋਂ ਬਾਅਦ ਪਹਿਲਾਂ, ਕਿਉਂਕਿ ਹਰੇਕ ਬੱਚੇ ਦੇ ਵਿੱਚ ਹਰ ਇੱਕ ਬੱਚਾ ਦੂਜੇ ਬੱਚੇ ਨਾਲੋਂ ਅਲੱਗ ਆ, ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਬੱਚੇ ਇਸੇ ਕ੍ਰਮ ਦੇ ਵਿੱਚ ਹੀ ਭਾਸ਼ਾ ਸਿੱਖਦੇ ਆ, ਠੀਕ ਹੈ। ਤਾਂ ਇਹਦਾ ਜਿਹੜਾ ਕਿ ਇਹ ਰੋਂਗ ਪੁਆਇੰਟ ਬਣਿਆ। ਬਾਕੀ ਇੱਥੇ ਇਹਨਾਂ ਨੇ ਸਿਰਫ ਵਰਡ ਯੂਜ਼ ਕੀਤਾ ਤਾਂ ਇੱਥੋਂ ਜਿਹੜਾ ਡਾਊਟ ਹੁੰਦਾ ਹੈ ਤਾਂ ਇਹ ਨੈਗੇਟਿਵ ਪੁਆਇੰਟ ਬਣਦਾ ਹੈ। ਜੇਕਰ ਫਸਟ ਪੁਆਇੰਟ ਦੀ ਆਪਾਂ ਗੱਲ ਕਰੀਏ, ਭਾਸ਼ਾ ਕੌਸ਼ਲ ਦੇ ਵਿਕਾਸ ਵਿੱਚ ਵਿਵਹਾਰ ਦੀ ਤੁਲਨਾ ਵਿੱਚ ਭਾਸ਼ਾ ਦੀ ਸਿਧਾਂਤ ਵਧੇਰੇ ਮਹੱਤਵਪੂਰਨ ਆ, ਤੇ ਇਹ ਵੀ ਇੰਪੋਰਟੈਂਟ ਆ। ਬਿਹੇਵੀਅਰ ਦੇ ਅਕੋਰਡਿੰਗ ਇਹ ਚੀਜ਼ ਹੁੰਦੀ ਹੈ, ਠੀਕ ਹੈ। ਕਿਸ ਤਰੀਕੇ ਦਾ ਤੁਹਾਡਾ ਬਿਹੇਵੀਅਰ ਆ, ਕਿਸ ਤਰੀਕੇ ਨਾਲ ਤੁਸੀਂ ਉਸ ਚੀਜ਼ ਨੂੰ ਲੈ ਕੇ ਚੱਲਦੇ ਹੋ, ਤਾਂ ਇਸ ਤਰੀਕੇ ਨਾਲ ਤੁਹਾਡੇ ਵਿੱਚ ਲੈਂਗੁਏਜ ਸਕਿੱਲ ਜਿਹੜੀ ਕਿ ਡਿਵੈਲਪਮੈਂਟ ਹੁੰਦੀ ਹੈ, ਠੀਕ ਹੈ। ਤਾਂ ਇਹ ਇਹਦਾ ਸੈਕਿੰਡ ਜਿਹੜਾ ਕਿ ਇਹਦਾ ਰੋਂਗ ਸੀਗਾ, ਤੇ ਨੈਗੇਟਿਵ ਇਹਨਾਂ ਨੇ ਪੁੱਛਿਆ ਸੀ, ਤੇ ਇਹੀ ਇਹਦਾ ਰਾਈਟ ਆਨਸਰ ਆ, ਠੀਕ ਹੈ। ਨੈਕਸਟ ਕੁਐਸਚਨ ਹੈਗਾ, ਬੱਚਾ ਉਸ 95 ਦੇਖੋ, ਉਸ ਭਾਸ਼ਾ ਨੂੰ ਛੇਤੀ ਸਿੱਖ ਜਾਂਦਾ ਜਿਸ ਦਾ ਵਿਆਕਰਨ ਉਹ ਨਹੀਂ ਜਾਣਦਾ, ਠੀਕ ਹੈ। ਇਹ ਕਥਨ ਕਿਸ ਦਾ ਹੈ? ਮਤਲਬ ਕਿਸੇ ਰਾਈਟਰ ਨੇ ਇਹ ਗੱਲ ਕਹੀ ਹੈਗੀ ਕਿ ਬੱਚਾ ਉਸ ਭਾਸ਼ਾ ਨੂੰ ਛੇਤੀ ਸਿੱਖ ਜਾਂਦਾ ਜਿਹਦੇ ਵਿੱਚ ਵਿਆਕਰਨ ਨਹੀਂ ਹੁੰਦੀ। ਕਿਹਨੇ ਕਹੀ ਹੈ? ਮਹਾਰਿਸ਼ੀ ਪਤੰਜਲੀ ਨੇ ਕਹੀ ਹੈ, ਲਾਰਡ ਸਵੀਟ ਨੇ ਕਹੀ ਹੈ, ਲਾਰਡ ਮੈਕੈਲੇ ਨੇ ਕਹੀ ਹੈ, ਜਾਂ ਜੇ ਪਿਗੇਟ ਨੇ ਕਹੀ ਹੈ। ਤੇ ਇਹਦਾ ਰਾਈਟ ਆਨਸਰ ਹੈਗਾ ਜੀ ਲਾਰਡ ਮੈਕੈਲੇ। ਨੈਕਸਟ ਕੁਐਸਚਨ ਜਿਹੜਾ ਕੀ ਹੈਗਾ, ਜਮਾਤ ਵਿੱਚ ਪੜ੍ਹਾਉਂਦੇ ਸਮੇਂ ਵਿਦਿਆਰਥੀ ਭਾਸ਼ਾ ਬਾਰੇ ਮੁਸ਼ਕਲ ਪ੍ਰਸ਼ਨਾਂ ਦੇ ਸ਼ੰਕੇ ਤੁਹਾਡੇ ਸਾਹਮਣੇ ਰੱਖਦੇ ਹਨ, ਠੀਕ ਹੈ। ਪਹਿਲਾਂ ਕੁਐਸਚਨ ਦੇਖ ਲੈਂਦੇ ਹਾਂ ਕੀ ਹੈ। ਕਲਾਸ ਦੇ ਵਿੱਚ ਅਸੀਂ ਪੜ੍ਹਾ ਰਹੇ ਹਾਂ ਬੱਚਿਆਂ ਨੂੰ, ਠੀਕ ਹੈ, ਅਤੇ ਉਸ ਦੇ ਸਮੇਂ ਵਿਦਿਆਰਥੀ ਭਾਸ਼ਾ ਦੇ ਵਿੱਚ ਜਿਹੜੀਆਂ ਵੀ ਪ੍ਰਸ਼ਨ ਵਿੱਚ ਮੁਸ਼ਕਿਲ ਆ ਰਿਹਾ, ਸ਼ੰਕੇ ਮਤਲਬ ਡਾਊਟ ਸਾਹਮਣੇ ਰੱਖ ਰਹੇ ਆ ਇੱਕ ਟੀਚਰ ਦੇ ਅੱਗੇ, ਤਾਂ ਅਜਿਹੀ ਸਥਿਤੀ ਵਿੱਚ ਕੀ ਕਰੋਗੇ? ਮੰਨ ਲਓ ਤੁਹਾਡੇ ਅੱਗੇ ਕੋਈ ਡਾਊਟ ਰੱਖਤਾ ਕਿਸੇ ਬੱਚੇ ਨੇ ਕਿ ਮੈਨੂੰ ਇਸ ਚੀਜ਼ ਦੇ ਪ੍ਰਤੀ ਜਿਹੜਾ ਕਿ ਡਾਊਟ ਆ, ਤਾਂ ਤੁਸੀਂ ਕੀ ਕਰੋਗੇ? ਫਸਟ ਹੈ, ਤੁਸੀਂ ਤੁਰੰਤ ਜਾ ਕੇ ਤਿਆਰੀ ਕਰਕੇ ਆਉਂਗੇ ਅਤੇ ਉਹਨਾਂ ਦੇ ਡਾਊਟਸ ਦਾ ਨਿਪਟਾਰਾ ਕਰੋਗੇ ਤਾਂ ਕਿ ਉਹਨਾਂ ਦੇ ਪ੍ਰਸ਼ਨਾਂ ਦਾ ਉੱਤਰ ਦਓਗੇ। ਸੈਕਿੰਡ ਹੈ, ਤੁਸੀਂ ਉਹਨਾਂ ਦੇ ਸਾਰੇ ਪ੍ਰਸ਼ਨਾਂ ਦੇ ਡਾਊਟਸ ਨੂੰ ਖੋਲੋਗੇ ਅਤੇ ਅਗਲੇ ਦਿਨ ਉਹਨਾਂ ਦਾ ਉੱਤਰ ਦੇ ਕੇ ਉਹਨਾਂ ਨੂੰ ਹੱਲ ਕਰੋਗੇ। ਥਰਡ ਹੈ, ਤੁਸੀਂ ਉਹਨਾਂ ਨੂੰ ਕਹੋਗੇ ਕਿ ਉਹ ਪੁਸਤਕ ਵਿੱਚੋਂ ਪੜ੍ਹ ਕੇ ਆਪਣੇ ਪ੍ਰਸ਼ਨਾਂ ਦੇ ਉੱਤਰ ਅਤੇ ਡਾਊਟਸ ਦੇ ਹੱਲ ਵਾਸਤੇ ਆਪਸ ਵਿੱਚ ਚਰਚਾ ਕਰਨ, ਜਾਣੀ ਕਿ ਡਿਬੇਟ ਕਰਨ ਆਪਸ 'ਚ ਹੀ। ਅਤੇ ਫੋਰਥ ਹੈ, ਤੁਸੀਂ ਅਜਿਹੇ ਵਿਦਿਆਰਥੀਆਂ ਨੂੰ ਡਾਂਟ ਕੇ ਅਨੁਸ਼ਾਸਨ ਬਣਾਈ ਰੱਖਣ ਲਈ ਕਹੋਗੇ। ਜੇਕਰ ਆਪਾਂ ਹੁਣ ਇਹਦੇ ਵਿੱਚ ਕੀ ਹੈ, ਕੀ ਚੀਜ਼ ਨਹੀਂ ਕਰਾਂਗੇ, ਕੀ ਕੁਐਸਚਨ 'ਚ ਪੁੱਛਿਆ ਗਿਆ, ਪਹਿਲਾਂ ਇਹ ਦੇਖ ਲੈਂਦੇ ਹਾਂ, ਸੌਰੀ, ਕਿ ਤੁਸੀਂ ਕੀ ਕਰੋਗੇ। ਦੇਖੋ ਫਸਟ ਆਪਾਂ ਦੇਖਣਾ ਵੀ ਅਸੀਂ ਕੀ ਚੀਜ਼ ਨਹੀਂ ਕਰਨੀ ਹੈਗੀ। ਨੈਗੇਟਿਵ ਪੁਆਇੰਟ ਹੈ, ਤੁਸੀਂ ਅਜਿਹੇ ਵਿਦਿਆਰਥੀਆਂ ਨੂੰ ਡਾਂਟ ਕੇ ਅਨੁਸ਼ਾਸਨ ਬਣਾਉਣ ਲਈ ਕਹੋਗੇ। ਜੇਕਰ ਬੱਚੇ ਡਾਊਟ ਹੀ ਨਹੀਂ ਰੱਖਣਗੇ ਤਾਂ ਫਿਰ ਬੱਚੇ ਦੀ ਅਸੀਂ ਕ੍ਰੀਏਟੀਵਿਟੀ ਨਹੀਂ ਦੇਖ ਸਕਦੇ, ਹੈ ਨਾ। ਬੱਚੇ ਇਸ ਚੀਜ਼ ਦੀ, ਬੱਚੇ ਵੱਧ ਤੋਂ ਵੱਧ ਪ੍ਰਸ਼ਨ ਪੁੱਛਣ, ਆਪਦੇ ਡਾਊਟਸ ਕਲੀਅਰ ਕਰਨ, ਤਾਂ ਹੀ ਉਹਨਾਂ ਨੂੰ ਇਹ ਚੀਜ਼ਾਂ ਕਲੀਅਰਟੀ ਸਮਝ ਆਊਗੀ। ਅਤੇ ਜੇਕਰ ਅਸੀਂ ਉਹਨਾਂ ਨੂੰ ਡਾਂਟ ਕੇ ਇਹ ਗੱਲ ਕਹਿ ਤੀ ਕਿ ਤੁਸੀਂ ਅਨੁਸ਼ਾਸਨ ਨਹੀਂ ਬਣਾ ਕੇ ਰੱਖਦੇ, ਤਾਂ ਇਹ ਇੱਕ ਟੀਚਰ ਲਈ ਗਲਤ ਗੱਲ ਹੈਗੀ ਹੈ, ਠੀਕ ਹੈ। ਨੈਕਸਟ, ਜੇਕਰ ਆਪਾਂ ਇਹ ਵੀ ਰੋਂਗ ਪੁਆਇੰਟ ਆ ਕਿ ਤੁਸੀਂ ਉਹਨਾਂ ਨੂੰ ਇਹ ਕਹੋਗੇ ਕਿ ਪੁਸਤਕ ਵਿੱਚ ਪੜ੍ਹ ਕੇ ਆਪਣੇ ਆਪ ਹੀ ਪ੍ਰਸ਼ਨ ਹੱਲ ਕਰ ਲਓ ਆਪਸ ਵਿੱਚ ਬੈਠ ਕੇ, ਤਾਂ ਇਹਦੇ ਵਿੱਚ ਫਿਰ ਉਹਨਾਂ ਨੂੰ ਟੀਚਰ ਦੀ ਤਾਂ ਕੋਈ ਲੋੜ ਹੀ ਨਹੀਂ, ਫਿਰ ਬੱਚੇ ਖੁਦ ਹੀ ਇਹ ਚੀਜ਼ ਸਿੱਖ ਲੈਣ, ਹੈ ਨਾ। ਤਾਂ ਇਹ ਵੀ ਨੈਗੇਟਿਵ ਪੁਆਇੰਟ ਆ। ਨੈਕਸਟ, ਜੇਕਰ ਆਪਾਂ ਗੱਲ ਕਰੀਏ, ਤੁਸੀਂ ਉਹਨਾਂ ਦੇ ਸਾਰੇ ਪ੍ਰਸ਼ਨਾਂ ਨੂੰ ਲਿਖੋਗੇ ਅਤੇ ਅਗਲੇ ਦਿਨ ਹੀ ਉੱਤਰ ਜਾ ਕੇ ਦਓਗੇ। ਅਗਲੇ ਦਿਨ ਤੱਕ ਤਾਂ ਪਤਾ ਨਹੀਂ ਕੀ ਉਹਨਾਂ ਦੇ ਮਾਈਂਡ 'ਚ ਚੱਲੂ, ਉਹਨਾਂ ਨੂੰ ਯਾਦ ਵੀ ਹੋਊ ਬੱਚੇ ਨੂੰ ਕਿ ਨਹੀਂ, ਇਹ ਚੀਜ਼ ਨਹੀਂ ਕਰੋਗੇ। ਇਹਦਾ ਜੇਕਰ ਪੋਜ਼ੀਟਿਵ ਪੁਆਇੰਟ ਹੈਗਾ ਤਾਂ ਉਹ ਹੈਗਾ ਜੀ, ਤੁਸੀਂ ਤੁਰੰਤ ਜਾ ਕੇ ਤਿਆਰੀ ਕਰਕੇ ਆਓਗੇ ਅਤੇ ਉਹਨਾਂ ਦੇ ਡਾਊਟਸ ਦਾ ਨਿਪਟਾਰਾ ਕਰੋਗੇ ਅਤੇ ਉਹਨਾਂ ਦੇ ਪ੍ਰਸ਼ਨਾਂ ਦਾ ਜਿਹੜਾ ਕੀ ਆ ਉੱਤਰ ਦਓਗੇ। ਐਜ਼ ਅ ਟੀਚਰ ਤੁਹਾਡਾ ਕੰਮ ਇਹੀ ਬਣਦਾ ਹੈਗਾ ਕਿ ਜੇਕਰ ਬੱਚੇ ਨੂੰ ਕਿਸੇ 'ਚ ਡਾਊਟ ਹੈ ਤਾਂ ਤੁਸੀਂ ਉਸ ਡਾਊਟ ਨੂੰ ਜਿਹੜਾ ਕੀ ਹੈ ਕਲੀਅਰ ਕਰੋ ਜਿੰਨੀ ਜਲਦੀ ਹੋ ਸਕੇ, ਠੀਕ ਹੈ, ਬੱਚੇ ਦੇ ਸਾਹਮਣੇ। ਨੈਕਸਟ ਕੁਐਸਚਨ ਹੈਗਾ, ਰੱਟਾ ਲਾਉਣ 97 ਦੇਖੋ, ਰੱਟਾ ਲਾਉਣ ਦੀ ਆਦਤ ਕਾਰਨ ਵਿਦਿਆਰਥੀਆਂ ਦੇ ਵਿਕਾਸ ਨੂੰ ਕੀ ਨੁਕਸਾਨ ਪਹੁੰਚਦਾ ਹੈਗਾ, ਠੀਕ ਹੈ। ਜੇਕਰ ਅਸੀਂ ਬੱਚੇ ਨੂੰ ਜਿਹੜੀ ਕਿ ਆਦਤ ਪਾ ਦਈਏ ਕਿ ਤੂੰ ਰੱਟਾ ਲਵਾ ਕੇ ਕਿਸੇ ਚੀਜ਼ ਨੂੰ ਯਾਦ ਕਰਾ ਦਈਏ, ਤਾਂ ਉਹਦੇ ਨਾਲ ਵਿਦਿਆਰਥੀ ਦੀ ਡਿਵੈਲਪਮੈਂਟ ਦੇ ਵਿੱਚ ਕੀ ਨੁਕਸਾਨ ਆਊਗਾ? ਫਸਟ ਹੈ, ਉਹਨਾਂ ਦੀ ਬੁੱਧੀ ਦਾ ਵਿਕਾਸ ਨਹੀਂ ਹੋਊਗਾ, ਕਿ ਇਹ ਹੋਊਗਾ। ਸੈਕਿੰਡ ਹੈ, ਉਹਨਾਂ ਦਾ ਆਤਮ ਵਿਸ਼ਵਾਸ ਖਤਮ ਹੋ ਜਾਊਗਾ। ਥਰਡ, ਉਹ ਜਮਾਤ ਵਿੱਚ ਅਧਿਆਪਨ ਤੋਂ ਅਲੱਗ ਬਲਗ ਹੋ ਜਾਣਗੇ। ਜਾਂ ਫੋਰਥ ਹੈਗਾ, ਪੂਰੀ ਤਰ੍ਹਾਂ ਪੜ੍ਹਾਈ ਵੱਲ ਧਿਆਨ ਨਹੀਂ ਦੇ ਸਕਦੇ। ਦੇਖੋ ਇਹਦਾ ਰਾਈਟ ਆਨਸਰ ਬਣਦਾ ਹੈਗਾ ਫੋਰਥ, ਉਹ ਪੂਰੀ ਤਰ੍ਹਾਂ ਪੜ੍ਹਾਈ ਵੱਲ ਧਿਆਨ ਨਹੀਂ ਦੇਣਗੇ, ਠੀਕ ਹੈ। ਇਹ ਇਹਦਾ ਜਿਹੜਾ ਕਿ ਰਾਈਟ ਆਨਸਰ ਹੈ, ਠੀਕ ਹੈ।
ਜੇਕਰ ਆਪਾਂ ਨੈਗੇਟਿਵ ਦੀ ਗੱਲ ਕਰੀਏ, ਉਹ ਬੁੱਧੀ ਦਾ ਵਿਕਾਸ ਨਹੀਂ ਹੋਊਗਾ। ਦੇਖੋ ਰੱਟਾ ਲਗਾਵਾਂਗੇ, ਇਹਦੇ ਵਿੱਚ ਆਪਾਂ ਐਂ ਕਿਵੇਂ ਕਹਿ ਸਕਦੇ ਹਾਂ ਕਿ ਉਹਦੀ ਬੁੱਧੀ ਦਾ ਵਿਕਾਸ ਨਹੀਂ ਹੋਊਗਾ। ਰੱਟਾ ਲਗਾਉਣਾ ਵੀ ਤਾਂ ਇੱਕ ਹਿਸਾਬ ਦੀ ਬੁੱਧੀ ਦਾ ਵਿਕਾਸ ਹੋਣਾ ਹੀ ਹੈ। ਕਿਉਂਕਿ ਬੱਚਾ ਕੀ ਕਰੂਗਾ, ਆਪਦੇ ਮਾਇੰਡ, ਉਹ ਚੀਜ਼ ਨੂੰ ਯਾਦ ਕਰਕੇ ਆਪਦੇ ਮਾਇੰਡ ਦੇ ਵਿੱਚ ਰੱਖ ਰਿਹਾ, ਅਤੇ ਇਹਦੇ ਨਾਲ ਬੱਚੇ ਦਾ ਵਿਕਾਸ ਹੋ ਰਿਹਾ, ਯਾਨੀ ਕਿ ਮਾਇੰਡ ਦਾ ਵਿਕਾਸ ਹੋ ਰਿਹਾ। ਤਾਂ ਅਸੀਂ ਇਹ ਨਹੀਂ ਕਹਿ ਸਕਦੇ ਕਿ ਉਹਦੀ ਬੁੱਧੀ ਦਾ ਵਿਕਾਸ ਨਹੀਂ ਹੋ ਰਿਹਾ। ਠੀਕ ਹੈ, ਨੈਕਸਟ ਜੇਕਰ ਆਪਾਂ ਗੱਲ ਕਰੀਏ, ਉਹਨਾਂ ਦੇ ਆਤਮ ਵਿਸ਼ਵਾਸ ਖਤਮ ਹੋ ਜਾਊਗਾ। ਠੀਕ ਹੈ, ਬੱਚੇ ਨੇ ਰੱਟਾ ਲਾਇਆ, ਰੱਟਾ ਲਾ ਕੇ ਕੁਐਸਚਨ ਸੁਣਾਤਾ, ਇਹਦੇ ਵਿੱਚ ਵੀ ਇਹ ਚੀਜ਼ ਨਹੀਂ ਕਹਿ ਸਕਦੇ ਕਿ ਹਾਂ ਬਈ ਉਹਦਾ ਜਿਹੜਾ ਕੀ ਹੈ ਨੁਕਸਾਨ ਹੋ ਗਿਆ। ਉਹ ਤਾਂ ਫਿਰ ਬੋਲੂਗਾ ਪੂਰੇ ਕੌਨਫੀਡੈਂਸ ਨਾਲ, ਕਿਉਂਕਿ ਉਹਨੇ ਰੱਟਾ ਲਾ ਕੇ ਉਹ ਚੀਜ਼ ਕੀਤੀ ਹੈ। ਥਰਡ, ਜੇਕਰ ਉਹ ਗੱਲ ਕਰੀਏ ਕਿ ਉਹ ਜਮਾਤ ਦੇ ਅਧਿਆਪਨ ਤੋਂ ਅਲੱਗ ਬਲਗ ਹੋ ਜਾਂਦੇ, ਨਹੀਂ ਸਾਰੀ ਕਲਾਸ ਨੂੰ ਇੱਕੋ ਜਿਹਾ ਲੈ ਕੇ ਚੱਲਦੇ, ਅਲੱਗ-ਅਲੱਗ ਨਹੀਂ ਹੋਣਗੇ, ਤਾਂ ਅਸੀਂ ਇਹ ਕਹਿ ਸਕਦੇ ਹਾਂ ਜੇਕਰ ਪੂਰਾ ਸਟਰੋਂਗ ਪੁਆਇੰਟ ਬਣਦਾ, ਉਹ ਪੂਰੀ ਤਰ੍ਹਾਂ ਪੜ੍ਹਾਈ ਵੱਲ ਧਿਆਨ ਨਹੀਂ ਦੇ ਸਕਣਗੇ। ਉਹਨਾਂ ਦੇ ਮਾਇੰਡ ਵਿੱਚ ਸਿਰਫ ਇੱਕ ਗੱਲ ਬੈਠ ਜੂਗੀ ਕਿ ਅੱਜ ਇਹ ਚੀਜ਼ ਦਾ ਰੱਟਾ ਲਗਾ ਲਓ ਅਤੇ ਉਸ ਨੂੰ ਜਿਹੜਾ ਕਿ ਯਾਦ ਕਰ ਲਓ, ਅਤੇ ਅਸੀਂ ਜਿਹੜਾ ਕਿ ਇਹ ਪਾਸ ਹੋ ਜਾਵਾਂਗੇ, ਅਤੇ ਉਹ ਪੂਰੀ ਪੜ੍ਹਾਈ ਵੱਲ ਜਿਹੜਾ ਕਿ ਧਿਆਨ ਚੰਗੀ ਤਰ੍ਹਾਂ ਨਹੀਂ ਦੇ ਪਾਉਣਗੇ। ਉਹਨਾਂ ਦੇ ਮਾਇੰਡ ਵਿੱਚ ਸਿਰਫ ਰੱਟਾ ਲਾਉਣ ਦੀਆਂ ਗੱਲਾਂ ਬਹਿ ਜਾਣਗੀਆਂ। ਠੀਕ ਹੈ, ਤਾਂ ਇਹ ਇਹਦਾ ਪੋਜ਼ੀਟਿਵ ਪੁਆਇੰਟ ਹੈ। ਨੈਕਸਟ ਕੁਐਸਚਨ ਗੱਲ ਕਰਦੇ ਹਾਂ ਜੀ, ਭਾਸ਼ਾ ਦੇ ਅਧਿਆਪਨ ਵਿੱਚ ਆਗਨਾਤਮਿਕ ਵਿਧੀ ਯਾਨੀ ਕਿ ਇੰਡਕਟਿਵ ਮੈਥਡ ਦਾ ਕੀ ਲਾਭ ਆ। ਠੀਕ ਹੈ, ਮੈਂ ਤੁਹਾਨੂੰ ਪਹਿਲਾਂ ਵੀ ਡਿਸਕਸ ਕੀਤਾ ਸੀਗਾ। ਠੀਕ ਹੈ, ਪੈਡਾਗੋਜੀ ਦੀ ਇੱਕ ਆਪਾਂ ਟੌਪਿਕ ਦੇ ਵਿੱਚ ਇੰਡਕਟਿਵ ਅਤੇ ਡਿਡਕਟਿਵ ਮੈਥਡ ਬਾਰੇ ਡਿਸਕਸ ਕੀਤਾ ਸੀ ਕਿ ਇੰਡਕਟਿਵ ਮੈਥਡ ਉਹ ਹੁੰਦਾ ਜਿਹਦੇ ਵਿੱਚ ਇੱਕ ਟੀਚਰ ਜਦੋਂ ਵੀ ਕੋਈ ਟੌਪਿਕ ਪੜ੍ਹਾਉਂਦਾ ਹੈਗਾ ਤਾਂ ਉਹਦੇ ਵਿੱਚ ਉਹ ਉਹਨਾਂ ਦੇ ਐਗਜ਼ਾਮਪਲਾਂ ਬਾਰੇ ਡਿਸਕਸ ਕਰਦਾ, ਉਹਨਾਂ ਨੂੰ ਈਜ਼ੀ ਮੈਥਡ ਨਾਲ ਸਮਝਾਉਣ ਦੀ ਕੋਸ਼ਿਸ਼ ਕਰਦਾ ਸਟਾਰਟਿੰਗ 'ਚ ਟੌਪਿਕ ਤੋਂ ਪਹਿਲਾਂ। ਠੀਕ ਹੈ, ਅਤੇ ਇਹ ਜਿਹੜੀ ਮੈਥਡ ਹੁੰਦਾ ਇਹ ਬਿਲਕੁਲ ਚਾਈਲਡ ਸੈਂਟਰ ਹੁੰਦਾ। ਬੱਚਾ ਜਿਸ ਤਰੀਕੇ ਨਾਲ ਸਿੱਖਣਾ ਚਾਹੁੰਦਾ, ਅਸੀਂ ਬੱਚੇ ਨੂੰ ਧਿਆਨ ਵਿੱਚ ਰੱਖ ਕੇ ਉਸ ਚੀਜ਼ ਨੂੰ ਸਿਖਾਉਂਦੇ ਹਾਂ। ਠੀਕ ਹੈ, ਟੀਚਰ ਆਪਦੇ ਵੱਲੋਂ ਨਹੀਂ ਸਿਖਾਉਂਦਾ ਹੈਗਾ, ਮਤਲਬ ਟੀਚਰ ਮੈਥਡ ਨਹੀਂ ਅਸੀਂ ਕਹਿੰਦੇ ਇਹਨੂੰ, ਅਸੀਂ ਚਾਈਲਡ ਮੈਥਡ ਜਿਹੜਾ ਕੀ ਆ ਕਹਿੰਦੇ ਹੈਗੇ ਆ। ਠੀਕ ਹੈ, ਬੱਚੇ ਦੇ ਅਕੋਰਡਿੰਗ ਪੜ੍ਹਾਉਣਾ। ਹੁਣ ਤੁਸੀਂ ਇਹਦੇ ਵਿੱਚ ਦੇਖੋ ਕਿ ਇਹਦਾ ਇੱਕ ਕੀ ਲਾਭ ਆ ਜੇਕਰ ਅਸੀਂ ਬੱਚੇ ਨੂੰ ਬੱਚੇ ਦੇ ਅਕੋਰਡਿੰਗ ਹੀ ਪੜ੍ਹਾਵਾਂਗੇ। ਫਸਟ, ਵਿਦਿਆਰਥੀ ਨੂੰ ਘਰ ਦਾ ਕੰਮ ਨਹੀਂ ਕਰਨਾ ਪੈਂਦਾ। ਜੇਕਰ ਅਸੀਂ ਇੰਡਕਟਿਵ ਮੈਥਡ ਨਾਲ ਕਰਾਵਾਂਗੇ ਕਿ ਇਹਦੇ ਨਾਲ ਬੱਚੇ ਨੂੰ ਘਰ ਦਾ ਕੰਮ ਨਹੀਂ ਕਰਨਾ ਪੈਂਦਾ। ਸੈਕਿੰਡ ਹੈ, ਵਿਦਿਆਰਥੀਆਂ ਨੂੰ ਰੱਟਾ ਲਾਉਣ ਦੀ ਆਦਤ ਨਹੀਂ ਪੈਂਦੀ। ਥਰਡ ਹੈ, ਜਮਾਤ ਵਿੱਚ ਅਨੁਸ਼ਾਸਨ ਬਰਕਰਾਰ ਰੱਖਦਾ ਇਹਦੇ ਨਾਲ ਬੱਚਾ। ਜਾਂ ਫੋਰਥ ਹੈ, ਵਿਦਿਆਰਥੀਆਂ ਨੂੰ ਘੱਟ ਸਮੇਂ ਵਿੱਚ ਵਧੇਰੇ ਪੜ੍ਹਾ ਸਕਦੇ ਹਾਂ। ਤਾਂ ਇਹਦਾ ਜੇਕਰ ਸਟਰੋਂਗ ਪੁਆਇੰਟ ਹੈਗਾ, ਜੇਕਰ ਅਸੀਂ ਇੰਡਕਟਿਵ ਮੈਥਡ ਯੂਜ਼ ਕਰਦੇ ਹਾਂ ਤਾਂ ਵਿਦਿਆਰਥੀ ਨੂੰ ਰੱਟਾ ਲਾਉਣ ਦੀ ਆਦਤ ਨਹੀਂ ਪੈਂਦੀ। ਕਿਉਂ ਨਹੀਂ ਲੋੜ ਪੈਂਦੀ? ਕਿਉਂਕਿ ਅਸੀਂ ਆਲਰੇਡੀ ਬੱਚੇ ਦੇ ਹੀ ਲੈਵਲ ਨੂੰ ਦੇਖ ਕੇ ਬੱਚੇ ਦੇ ਅਕੋਰਡਿੰਗ ਹੀ ਉਹਨੂੰ ਪੜ੍ਹਾ ਰਹੇ ਹਾਂ, ਤਾਂ ਬੱਚਾ ਉਸ ਚੀਜ਼ ਨੂੰ ਈਜ਼ਲੀ ਸਮਝ ਰਿਹਾ। ਠੀਕ ਹੈ, ਤਾਂ ਫਿਰ ਬੱਚੇ ਨੂੰ ਤਾਂ ਰੱਟਾ ਲਾਉਣ ਦੀ ਆਦਤ ਹੀ ਨਹੀਂ ਨਾ ਪਊਗੀ ਇਹਦੇ ਵਿੱਚ। ਉਹ ਰੱਟਾ ਕਿਉਂ ਲਾਊਗਾ? ਕਿਉਂਕਿ ਆਲਰੇਡੀ ਉਹਦੇ ਅਕੋਰਡਿੰਗ ਸਾਰੀਆਂ ਚੀਜ਼ਾਂ ਹੋ ਰਹੀਆਂ। ਠੀਕ ਹੈ, ਤਾਂ ਇਹ ਇਹਦਾ ਸਟਰੋਂਗ ਪੁਆਇੰਟ ਆ। ਇੰਡਕਟਿਵ ਮੈਥਡ ਉਹ ਹੁੰਦਾ ਬੱਚੇ ਦੇ ਆਧਾਰਿਤ ਹੁੰਦਾ। ਠੀਕ ਹੈ, ਤਾਂ ਜਿਹਦੇ ਵਿੱਚ ਬੱਚਾ ਜਿਹੜਾ ਕਿ ਈਜ਼ਲੀ ਹਰੇਕ ਚੀਜ਼ ਨੂੰ ਸਮਝ ਲੈਂਦਾ। ਇਹ ਇਹਦਾ ਪੋਜ਼ੀਟਿਵ ਪੁਆਇੰਟ ਸੀ ਸਿੱਧਾ। ਜੇਕਰ ਕਿਸੇ ਨੂੰ ਇੰਡਕਟਿਵ ਮੈਥਡ ਦਾ ਕੰਸੈਪਟ ਪੂਰੇ ਤਰੀਕੇ ਨਾਲ ਕਲੀਅਰ ਆ, ਉਹਦਾ ਜਿਹੜਾ ਕਿ ਰਾਈਟ ਆਨਸਰ ਸੈਕਿੰਡ ਜਾਂ ਬਾਕੀ ਆਪਸ਼ਨ ਵੱਲ ਜੇ ਨਾ ਵੀ ਧਿਆਨ ਦਿਓ ਤਾਂ ਸਿੱਧਾ ਆਨਸਰ ਸਹੀ ਪਿਆ ਹੋਇਆ ਈਜ਼ਲੀ ਤੁਸੀਂ ਫਾਈਂਡ ਕਰ ਸਕਦੇ ਹੋ। ਠੀਕ ਹੈ, ਨੈਕਸਟ ਕੁਐਸਚਨ ਹੈਗਾ ਜੀ, ਭਾਸ਼ਾ ਅਭਿਵਿਅਕਤੀ ਤੇ ਵਿਚਾਰ ਵਿਅਕਤ ਕਰਨ ਦਾ ਬਿਹਤਰੀਨ ਮਾਧਿਅਮ ਕੀ ਹੈ? ਠੀਕ ਹੈ, ਪ੍ਰਚਾਰ ਕਰਨਾ, ਠੀਕ ਹੈ, ਸੰਗ੍ਰਹਿ ਕਰਨਾ, ਆਦਾਨ ਪ੍ਰਦਾਨ ਕਰਨਾ, ਜਾਂ ਇਹ ਸਾਰੇ। ਦੇਖੋ, ਭਾਸ਼ਾ ਅਭਿਵਿਅਕਤੀ ਦੇ ਵਿਚਾਰਾਂ 'ਤੇ ਵਿਅਕਤ ਕਰਨ ਦਾ ਬਿਹਤਰੀਨ, ਹੈ ਨਾ। ਅਭਿਵਿਅਕਤੀ ਯਾਨੀ ਕਿ ਡਿਫਰੈਂਟ ਪੀਪਲ ਹੈਗੇ ਆ। ਠੀਕ ਹੈ, ਉਹ ਆਪਦੇ ਵਿਚਾਰ ਪੇਸ਼ ਕਰ ਰਹੇ ਆ, ਤਾਂ ਇਹਨੂੰ ਅਸੀਂ ਕੀ ਕਵਾਂਗੇ ਇਸ ਮੈਥਡ ਨੂੰ? ਤਾਂ ਇਹਦਾ ਰਾਈਟ ਆਨਸਰ ਜਿਹੜਾ ਹੈਗਾ ਉਹ ਹੈਗਾ ਜੀ ਆਦਾਨ ਪ੍ਰਦਾਨ। ਉਹ ਆਪਦੇ ਵਿਚਾਰਾਂ ਨੂੰ ਜਿਹੜਾ ਕੀ ਆ ਆਦਾਨ ਪ੍ਰਦਾਨ ਕਰ ਰਹੇ ਹੈਗੇ ਆ ਕਿਸੇ ਹੋਰ, ਹੈ ਨਾ, ਅਦਰਸ ਪੀਪਲ ਦੇ ਨਾਲ। ਠੀਕ ਹੈ, ਇਕੱਲੇ ਪ੍ਰਚਾਰ ਕਰਨਾ ਨਹੀਂ, ਸੰਗ੍ਰਹਿ ਕਰਨਾ ਨਹੀਂ, ਜਾਂ ਇਹਦੇ ਵਿੱਚ ਸਾਰੇ ਇਹ ਚੀਜ਼ਾਂ ਨਹੀਂ ਆਉਂਦੀਆਂ ਹੈਗੀਆਂ। ਕੀ ਕਰ ਰਹੇ ਹੋ? ਆਪਣੇ ਵਿਚਾਰ ਵਿਅਕਤ ਕਰਨ ਦਾ ਬਿਹਤਰੀਨ ਮਾਧਿਅਮ ਕਿਹਨੂੰ ਮੰਨਿਆ ਜਾਊਗਾ? ਆਦਾਨ ਪ੍ਰਦਾਨ ਕਰਨਾ। ਠੀਕ ਹੈ, ਨੈਕਸਟ ਕੁਐਸਚਨ ਹੈਗਾ, ਭਾਰਤੀ ਬੱਚੇ ਨੂੰ ਡੈਸ਼ ਸਿੱਖਣ ਦੀ ਲੋੜ ਹੁੰਦੀ ਹੈ। ਠੀਕ ਹੈ, ਕੀ ਹੈ? ਫਸਟ ਹੈਗਾ ਜੀ ਮਾਂ ਬੋਲੀ ਤੇ ਖੇਤਰੀ ਭਾਸ਼ਾ। ਥਰਡ ਹੈ ਮਾਂ ਬੋਲੀ ਤੇ ਅੰਗਰੇਜ਼ੀ ਜਾਂ ਕੋਈ 3 ਭਾਸ਼ਾਵਾਂ। ਤੇ ਇਹਦਾ ਜੇਕਰ ਰਾਈਟ ਆਨਸਰ ਹੈਗਾ ਜੀ ਉਹ ਹੈਗਾ ਕੋਈ 3 ਭਾਸ਼ਾਵਾਂ। ਠੀਕ ਹੈ, ਦੇਖੋ 3 ਭਾਸ਼ਾਵਾਂ ਕਿਹੜੀਆਂ ਹੋ ਗਈਆਂ? ਸਭ ਤੋਂ ਪਹਿਲਾਂ ਹੋ ਗਈ ਤੁਹਾਡੀ ਮਦਰ ਟੰਗ ਮਾਂ ਬੋਲੀ, ਫਿਰ ਹੋ ਗਈ ਖੇਤਰੀ ਭਾਸ਼ਾ। ਠੀਕ ਹੈ, ਤੇ ਤੀਜੀ ਜਿਹੜੀ ਕਿ ਕੋਈ ਵੀ ਅਦਰ ਲੈਂਗੁਏਜ ਹੋ ਸਕਦੀ ਹੈ, ਭਾਵੇਂ ਉਹ ਕੀ ਕਹਿ ਸਕਦੇ ਅੰਗਰੇਜ਼ੀ ਭਾਸ਼ਾ ਹੋ ਸਕਦੀ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਅਸੀਂ ਕਹਿ ਸਕਦੇ 3 ਭਾਸ਼ਾਵਾਂ ਜ਼ਰੂਰ ਸ਼ਾਮਿਲ ਹੋਣਗੀਆਂ, ਇਹ ਜ਼ਰੂਰ ਯਾਦ ਰੱਖਿਓ। ਠੀਕ ਹੈ, 3 ਹੀ ਲੈਂਗੁਏਜ ਜਿਹੜੀਆਂ ਕਿ ਮੰਨੀਆਂ ਜਾਂਦੀਆਂ। ਠੀਕ ਹੈ, ਸਿੱਖਣ ਦੀ ਲੋੜ ਪੈਂਦੀ ਹੈ। ਨੈਕਸਟ ਕੁਐਸਚਨ ਹੈਗਾ ਜੀ, ਇੱਕ ਸਮਾਵੇਸ਼ੀ
ਜਮਾਤ ਵਿੱਚ ਭਾਸ਼ਾ ਅਧਿਆਪਨ ਇੱਕ ਚੁਣੌਤੀ ਹੈ। ਸਮਾਵੇਸ਼ੀ ਕਿਹੜੀ ਹੋ ਗਈ? ਇਨਕਲੂਸਿਵ ਐਜੂਕੇਸ਼ਨ ਆ। ਇਨਕਲੂਸਿਵ ਐਜੂਕੇਸ਼ਨ ਉਹ ਹੁੰਦਾ ਹੈ ਜਿਹਦੇ ਵਿੱਚ ਸਾਰੇ ਬੱਚਿਆਂ ਨੂੰ ਜਿਹੜਾ ਕਿ ਬਰਾਬਰ ਲੈ ਕੇ ਚੱਲਿਆ ਜਾਂਦਾ, ਠੀਕ ਹੈ। ਹਰੇਕ ਬੱਚੇ ਨੂੰ ਧਿਆਨ ਵਿੱਚ ਰੱਖ ਕੇ ਜਿਹੜਾ ਟੀਚਰ ਕਲਾਸ ਦੇ ਵਿੱਚ ਐਜੂਕੇਸ਼ਨ ਪ੍ਰੋਵਾਈਡ ਕਰਦਾ ਹੈਗਾ, ਠੀਕ ਹੈ। ਅਤੇ ਉਹ ਹੁੰਦਾ ਸਮਾਵੇਸ਼ੀ ਸਿੱਖਿਆ ਇਹਨੂੰ ਕਿਹਾ ਜਾਂਦਾ ਪੰਜਾਬੀ ਦੇ ਵਿੱਚ, ਇੰਗਲਿਸ਼ ਵਿੱਚ ਇਹਨੂੰ ਇਨਕਲੂਸਿਵ ਐਜੂਕੇਸ਼ਨ ਕਿਹਾ ਜਾਂਦਾ ਕਿ ਸਾਰਿਆਂ ਨੂੰ ਬਰਾਬਰ ਦੇ ਮੌਕੇ ਦਿੱਤੇ ਜਾਣ ਪੜ੍ਹਨ ਦੇ, ਠੀਕ ਹੈ, ਸਾਰੀਆਂ ਚੀਜ਼ਾਂ। ਤਾਂ ਇਹਦੇ ਵਿੱਚ ਕੀ ਹੈ, ਕੀ ਚੁਣੌਤੀ ਹੈ? ਫਸਟ ਹੈਗਾ ਭਾਸ਼ਾ ਸਿਖਲਾਈ ਦੇ ਢੁਕਵੇਂ ਮਾਹੌਲ ਨੂੰ ਪੈਦਾ ਕਰਨ ਦੀ ਅਸਮਰਥਾ। ਸੈਕਿੰਡ ਹੈਗਾ ਯੋਗ ਸਿੱਖਿਆ ਸਮੱਗਰੀ ਦੀ ਘਾਟ ਆ। ਥਰਡ ਹੈ ਵਿਦਿਆਰਥੀ ਦੀ ਯੋਗਤਾ ਵਿੱਚ ਵਿਭਿੰਨਤਾ ਜਾਂ ਵਿਦਿਆਰਥੀਆਂ ਦੀ ਰੁਚੀ ਵਿੱਚ ਅਸਮਾਨਤਾ। ਦੇਖੋ ਇਹਦੇ ਵਿੱਚ ਕਈ ਇਹੋ ਜਿਹੇ ਵਰਡ ਦਿੱਤੇ ਗਏ ਆ ਜੋ ਨੈਗੇਟਿਵਿਟੀ ਪੈਦਾ ਕਰ ਰਹੇ ਆ, ਬਟ ਇਨਕਲੂਸਿਵ ਐਜੂਕੇਸ਼ਨ ਦੇ ਵਿੱਚ ਬੱਚੇ ਦੀ ਭਲਾਈ ਬਾਰੇ ਗੱਲ ਕੀਤੀ ਗਈ ਆ, ਉਹਦੀ ਐਜੂਕੇਸ਼ਨ ਦੇ ਬਾਰੇ ਪੋਜ਼ਿਟਿਵ ਗੱਲਾਂ ਬਾਰੇ ਦੱਸਿਆ ਗਿਆ। ਤਾਂ ਤੁਸੀਂ ਇਹਦੇ ਵਿੱਚ ਦੇਖੋ ਕਿ ਪਹਿਲਾਂ ਦੀ ਗੱਲ ਕੀ ਹੈ, ਜੇਕਰ ਮੈਂ ਇਹਦੇ ਵਿੱਚ ਤੁਹਾਨੂੰ ਕਲੀਅਰਟੀ ਸਿੱਧਾ ਹੀ ਦੱਸਾਂ, ਠੀਕ ਹੈ। ਫਸਟ ਹੈ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਭਾਸ਼ਾ ਸਿਖਲਾਈ ਦੇ ਢੁਕਵੇਂ ਮਾਹੌਲ ਨੂੰ ਪੈਦਾ ਕਰਨ ਦੀ ਅਸਮਰਥਾ, ਠੀਕ ਹੈ। ਸੈਕਿੰਡ ਯੋਗ ਸਿੱਖਿਆ ਸਮੱਗਰੀ ਦੀ ਇਹਦੇ ਵਿੱਚ ਘਾਟ ਕੋਈ ਨਹੀਂ ਹੈਗੀ, ਕਿਉਂਕਿ ਇਨਕਲੂਸਿਵ ਐਜੂਕੇਸ਼ਨ ਵਿੱਚ ਬਹੁਤ ਸਾਰੀਆਂ ਚੀਜ਼ਾਂ ਇਹੋ ਜਿਹੀਆਂ ਜਿਹਦੇ ਵਿੱਚ ਕੋਈ ਐਜੂਕੇਸ਼ਨ ਰਿਲੇਟਡ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈਗੀ। ਵਿਦਿਆਰਥੀਆਂ ਦੀ ਯੋਗਤਾ ਵਿੱਚ ਵਿਭਿੰਨਤਾ, ਠੀਕ ਹੈ, ਕੁਆਲਿਟੀ ਦੇ ਵਿੱਚ ਵਿਭਿੰਨਤਾ ਵਾਲੇ ਇਹ ਜ਼ਿਆਦਾ ਧਿਆਨ ਦਿੰਦਾ, ਜਾਂ ਵਿਦਿਆਰਥੀ ਦੀ ਰੁਚੀ ਵਿੱਚ ਅਸਮਾਨਤਾ ਪੈਦਾ ਕਰਨੀ, ਠੀਕ ਹੈ, ਮਤਲਬ ਉਹਦੇ ਵਿੱਚ ਇੰਟਰਸਟ ਹੀ ਨਾ ਪੈਦਾ ਕੀਤਾ ਜਾਵੇ। ਤਾਂ ਜੇਕਰ ਅਸੀਂ ਗੱਲ ਕਰੀਏ ਸਮਾਵੇਸ਼ੀ ਜਮਾਤ ਵਿੱਚ ਭਾਸ਼ਾ ਅਧਿਆਪਨ ਦੀ ਜੇਕਰ ਇੱਕ ਚੁਣੌਤੀ ਹੈਗੀ ਹੈ, ਉਹ ਹੈਗੀ ਭਾਸ਼ਾ ਸਿਖਲਾਈ ਦੇ ਢੁਕਵੇਂ ਮਾਹੌਲ ਨੂੰ ਪੈਦਾ ਕਰਨ ਵਿੱਚ ਅਸਮਰਥਾ, ਠੀਕ ਹੈ। ਇਹਦਾ ਰਾਈਟ ਆਨਸਰ ਹੈਗਾ ਵੀ ਇਹੋ ਜਿਹਾ ਮਾਹੌਲ ਪੈਦਾ ਕੀਤਾ ਜਾਵੇ ਜਿਹਦੇ ਵਿੱਚ ਬੱਚੇ ਨੂੰ ਵੱਧ ਤੋਂ ਵੱਧ ਜਿਹੜੇ ਕਿ ਚੀਜ਼ਾਂ ਸਿਖਾਈਆਂ ਜਾਣ, ਠੀਕ ਹੈ। ਤਾਂ ਇਹਦਾ ਫਸਟ ਆਨਸਰ ਬਣਦਾ। ਨੈਕਸਟ ਕੁਐਸਚਨ ਹੈਗਾ ਹੇਠ ਲਿਖਿਆਂ ਵਿੱਚ ਕਿਹੜਾ ਮਾਂ ਬੋਲੀ ਅਧਿਆਪਨ ਦਾ ਗਿਆਨ ਦਾ ਉਦੇਸ਼ ਨਹੀਂ ਹੈ, ਠੀਕ ਹੈ। ਮਦਰ ਟੰਗ ਦਾ ਜਿਹੜਾ ਕੀ ਆ ਪੜ੍ਹਾਉਣ ਦਾ ਉਦੇਸ਼ ਨਹੀਂ ਹੈਗਾ। ਫਸਟ ਹੈਗਾ ਜੀ ਭਾਸ਼ਾਈ ਤੱਤਾਂ ਦੇ ਗਿਆਨ ਦੀ ਲੋੜੀਂਦੀ ਪ੍ਰਾਪਤੀ। ਸੈਕਿੰਡ ਹੈ ਵਿਸ਼ੇ ਵਸਤੂ ਦਾ ਗਿਆਨ। ਥਰਡ ਹੈ ਉਚਾਰਨ ਦਾ ਗਿਆਨ। ਫੋਰਥ ਹੈ ਭਾਸ਼ਾ ਵਿੱਚ ਵਿਭਿੰਨ ਪ੍ਰਕਾਰ ਦੇ ਲੇਖਣ ਦਾ ਗਿਆਨ, ਠੀਕ ਹੈ। ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਜੀ ਉਚਾਰਨ ਦਾ ਗਿਆਨ, ਠੀਕ ਹੈ। ਮਾਂ ਬੋਲੀ ਦੇ ਅਧਿਆਪਨ ਦਾ ਉਦੇਸ਼ ਕੀ ਹੈ? ਇਕੱਲਾ ਉਚਾਰਨਾ, ਹੈ ਨਾ, ਉੱਚੀ ਉੱਚੀ ਬੋਲ ਕੇ ਸਿਰਫ ਬੋਲਣਾ ਕਰਨਾ, ਠੀਕ ਹੈ, ਇਹ ਇਹਦਾ ਜਿਹੜਾ ਕੀ ਆ ਉਦੇਸ਼ ਨਹੀਂ ਹੈਗਾ। ਜੇਕਰ ਅਸੀਂ ਕਹੀਏ ਕਿ ਭਾਸ਼ਾਈ ਤੱਤਾਂ ਦੇ ਗਿਆਨ ਦੀ ਲੋੜੀਂਦੀ ਪ੍ਰਾਪਤੀ ਹੋ ਜਾਂਦੀ ਹੈ, ਜੇਕਰ ਸਾਨੂੰ ਮਾਂ ਬੋਲੀ ਆਉਂਦੀ ਆ ਤਾਂ ਇਹਦੇ ਨਾਲ ਜਿਹੜਾ ਕੀ ਆ ਅਸੀਂ ਗਿਆਨ ਦੀ ਪ੍ਰਾਪਤੀ ਕਰ ਲੈਂਦੇ ਹਾਂ, ਠੀਕ ਹੈ। ਸਾਨੂੰ ਲੈਂਗੁਏਜ ਦੇ ਸਾਰੀਆਂ ਚੀਜ਼ਾਂ ਦੀ ਕਲੈਰੀਫਾਈ ਹੁੰਦੀ ਹੈ। ਵਿਸ਼ੇ ਵਸਤੂ ਦਾ ਗਿਆਨ ਹੋ ਜਾਂਦਾ ਕਿਸੇ ਚੀਜ਼ ਨੂੰ ਪੜ੍ਹ ਕੇ, ਠੀਕ ਹੈ। ਭਾਸ਼ਾ ਦੇ ਵਿਭਿੰਨ ਪ੍ਰਕਾਰ ਦੇ ਲੇਖਣ ਦਾ ਗਿਆਨ ਹੋ ਜਾਂਦਾ ਕਿ ਕਿਸ ਤਰੀਕੇ ਨਾਲ ਅਲੱਗ-ਅਲੱਗ ਤਰੀਕੇ ਨਾਲ ਭਾਸ਼ਾ ਜਿਹੜੀ ਹੁੰਦੀ ਹੈ। ਬਟ ਇਕੱਲੇ ਉਚਾਰਨ ਦਾ ਗਿਆਨ ਅਸੀਂ ਨਹੀਂ ਕਹਿ ਸਕਦੇ, ਇਕੱਲੇ ਬੋਲ ਕੇ ਕਿਸੇ ਚੀਜ਼ ਦਾ ਗਿਆਨ ਹੋਣਾ, ਠੀਕ ਹੈ, ਉਹ ਅਸੀਂ ਟੀਚਿੰਗ ਦੇ ਗਿਆਨ ਵਿੱਚ ਸ਼ਾਮਿਲ ਨਹੀਂ ਕਰ ਸਕਦੇ। ਤਾਂ ਥਰਡ ਇਹਦਾ ਜਿਹੜਾ ਕੀ ਹੈ ਰਾਈਟ ਆਨਸਰ। ਨੈਕਸਟ ਕੁਐਸਚਨ ਹੈਗਾ ਹੇਠ ਲਿਖਿਆ ਵਿੱਚ ਅਧਿਆਪਨ ਦੀ ਵਿਧੀ ਕਿਹੜੀ ਹੈ, ਠੀਕ ਹੈ, ਯਾਨੀ ਕਿ ਟੀਚਿੰਗ ਮੈਥਡ ਦੀ ਕਿਹੜੀ ਵਿਧੀ ਹੈਗੀ ਆ। ਫਸਟ ਹੈਗਾ ਜੀ ਚੋਣ ਵਿਧੀ। ਸੈਕਿੰਡ ਹੈ ਰੁਚੀ ਵਿਧੀ। ਥਰਡ ਹੈ ਪ੍ਰੇਰਨਾ ਵਿਧੀ ਜਾਂ ਇਹਨਾਂ ਵਿੱਚੋਂ ਸਾਰੇ, ਠੀਕ ਹੈ। ਚੋਣ ਵਿਧੀ ਕਿਹੜੀ ਹੁੰਦੀ ਹੈ? ਸਟੈਪ ਮੈਥਡ, ਠੀਕ ਹੈ। ਸਟੈਪ ਬਾਏ ਸਟੈਪ ਤੁਸੀਂ ਕਿਸ ਤਰੀਕੇ ਨਾਲ ਟੀਚ ਕਰਨਾ। ਤਾਂ ਜੇਕਰ ਆਪਾਂ ਕਹੀਏ ਇਹ ਵੀ ਇੱਕ ਪੋਜ਼ਿਟਿਵ ਪੁਆਇੰਟ ਹੈਗਾ। ਇੰਟਰਸਟ ਪੈਦਾ ਕਰਨਾ ਕਿਸੇ ਚੀਜ਼ ਦੇ ਵਿੱਚ ਬੱਚੇ ਨੂੰ ਪੜ੍ਹਾਇਆ ਜਾਵੇ, ਠੀਕ ਹੈ, ਤਾਂ ਇਹ ਵੀ ਵਿਧੀ ਜ਼ਰੂਰ ਟੀਚਰ ਨੂੰ ਅਪਣਾਉਣੀ ਚਾਹੀਦੀ ਆ। ਪ੍ਰੇਰਨਾ ਬੱਚੇ ਨੂੰ ਮੋਟੀਵੇਟ ਕਰਕੇ ਪੜ੍ਹਾਉਣਾ ਚਾਹੀਦਾ, ਇਹ ਵੀ ਵਿਧੀ ਸ਼ਾਮਿਲ ਕੀਤੀ ਗਈ ਆ। ਤਾਂ ਇਸ ਤਰੀਕੇ ਨਾਲ ਇਹਦਾ ਰਾਈਟ ਆਨਸਰ ਹੈਗਾ ਜੀ ਇਹ ਸਾਰੀਆਂ ਚੀਜ਼ਾਂ ਹੀ ਅਧਿਆਪਨ ਦੀ ਵਿਧੀ ਵਿੱਚ ਸ਼ਾਮਿਲ ਹੈਗੀਆਂ, ਤਾਂ ਇਹ ਇੰਪੋਰਟੈਂਟ ਆ, ਠੀਕ ਹੈ। ਨੈਕਸਟ ਕੁਐਸਚਨ ਹੈਗਾ ਭਾਸ਼ਾਈ ਅਧਿਆਪਨ ਵਿੱਚ ਸਵਰਨ ਦ੍ਰਿਸ਼ ਸਮੱਗਰੀ ਕਿਸ ਲਈ ਉਪਯੋਗ ਹੁੰਦੀ ਹੈ? ਸਵਰਨ ਦ੍ਰਿਸ਼ ਯਾਨੀ ਕਿ ਇਹਦੇ ਵਿੱਚ ਅਸੀਂ ਬੱਚਾ ਸੁਣ ਵੀ ਸਕਦਾ ਅਤੇ ਉਸ ਚੀਜ਼ ਨੂੰ ਦੇਖ ਵੀ ਰਿਹਾ, ਠੀਕ ਹੈ। ਕੋਈ ਇਹੋ ਜਿਹੀ ਵਸਤੂ ਆ ਉਹਦਾ ਉਪਯੋਗ ਕੀਤਾ ਜਾਂਦਾ। ਕਿਸ ਲਈ ਕੀਤਾ ਜਾਂਦਾ? ਸ਼ੁੱਧ ਉਚਾਰਨ ਲਈ, ਸ਼ੁੱਧ ਲੇਖਣ ਲਈ, ਸ਼ੁੱਧ ਪਾਠ ਲਈ, ਜਾਂ ਇਹਨਾਂ ਵਿੱਚੋਂ ਕੋਈ ਵੀ ਨਹੀਂ, ਠੀਕ ਹੈ। ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਜੀ ਸ਼ੁੱਧ ਉਚਾਰਨ ਲਈ। ਕਿਉਂ? ਕਿਉਂਕਿ ਜਿਹੜੀ ਚੀਜ਼ ਉਹ ਦੇਖ ਰਿਹਾ, ਦੇਖ ਕੇ ਉਸ ਚੀਜ਼ ਨੂੰ ਸੁਣ ਰਿਹਾ, ਇਹਦੇ ਨਾਲ ਜਿਹੜਾ ਕਿ ਉਹਨੂੰ ਪਤਾ ਲੱਗ ਰਿਹਾ ਕਿ ਜੋ ਵੀ ਚੀਜ਼ ਬੋਲੀ ਜਾ ਰਹੀ ਹੈ ਉਹਦਾ ਕਰੈਕਟ ਪ੍ਰੋਨੰਸੀਏਸ਼ਨ ਆ, ਸ਼ੁੱਧ ਉਚਾਰਨ ਹੋ ਰਿਹਾ, ਤੇ ਇਹ ਰਾਈਟ ਆਨਸਰ ਆ। ਦੇਖੋ ਲੇਖਣ ਬਾਰੇ ਤਾਂ ਇਹਦੇ ਵਿੱਚ ਕੋਈ ਗੱਲ ਨਹੀਂ ਨਾ ਹੋਈ, ਲਿਖ ਤਾਂ ਰਿਹਾ ਨਹੀਂ, ਠੀਕ ਹੈ। ਸ਼ੁੱਧ ਪਾਠ ਇਹਦੇ ਵਿੱਚ ਹੋ ਨਹੀਂ ਰਿਹਾ, ਇਹਨਾਂ ਵਿੱਚੋਂ ਕੋਈ ਨਹੀਂ ਅਸੀਂ ਇਹ ਕਹਿ ਨਹੀਂ ਸਕਦੇ, ਠੀਕ ਹੈ। ਤੇ ਇਹਦਾ ਰਾਈਟ ਆਨਸਰ ਹੋ ਗਿਆ ਸ਼ੁੱਧ ਉਚਾਰਨ ਹੋ ਰਿਹਾ ਬੱਚੇ ਦਾ, ਠੀਕ ਹੈ। ਨੈਕਸਟ ਕੁਐਸਚਨ ਆ ਗਿਆ ਜੀ ਉਪਚਾਰਾਤਮਕ ਸਿੱਖਿਆ ਵਿਧੀ ਕੀ ਹੈ? ਉਪਚਾਰਾਤਮਕ ਸਿੱਖਿਆ ਵਿਧੀ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਡਿਸਕਸ ਕਰ ਚੁੱਕੀ ਹੈ। ਰੈਮੀਡਲ ਟੀਚਿੰਗ, ਹੈ ਨਾ, ਜਦੋਂ ਅਸੀਂ ਕਿਸੇ ਬੱਚੇ ਨੂੰ ਪੜ੍ਹਾ ਕੇ 2 ਦਿਨ ਤੋਂ ਬੱਚਾ ਜੇਕਰ ਉਹ ਕੰਮ ਨਹੀਂ ਕਰ ਰਿਹਾ, ਉਸ ਚੀਜ਼ ਦਾ ਕਾਰਨ ਦਾ ਪਤਾ ਲਗਾ ਕੇ ਉਹਦੇ ਵਿੱਚ ਜਿਹੜੀ ਕਿ ਇੰਪਰੂਵਮੈਂਟ ਲੈ ਕੇ ਆਣੀ ਤਾਂ ਕਿ ਬੱਚਾ
ਅੱਗੇ ਤੋਂ ਅੱਗੇ ਪ੍ਰੋਗਰੈਸ ਕਰੇ, ਠੀਕ ਹੈ, ਉਸ ਚੀਜ਼ ਨੂੰ ਸਮਝੇ, ਉਹਨੂੰ ਕਹਿੰਦੇ ਆ ਰੈਮੀਡਲ ਟੀਚਿੰਗ। ਕਾਰਨਾਂ ਦਾ ਪਤਾ ਕਰਨਾ, ਠੀਕ ਹੈ, ਕਿੱਥੇ ਬੱਚਾ ਜਿਹੜਾ ਕੀ ਹੈ ਪ੍ਰੋਬਲਮ ਆ ਰਹੀ ਹੈ ਬੱਚੇ ਨੂੰ। ਫਸਟ ਹੈ ਸਮੱਸਿਆ ਦੀ ਪਹਿਚਾਣ ਕਰਨ ਦੀ ਮੁਸ਼ਕਿਲ ਨੂੰ, ਪੱਧਰ ਨੂੰ ਵਧਾਉਣਾ, ਠੀਕ ਹੈ। ਸੈਕਿੰਡ ਹੈਗਾ ਜੀ ਸਮੱਸਿਆਵਾਂ ਨੂੰ ਹੱਲ ਕਰਨ ਵਿੱਚ ਸਫਲ ਬਣਾਉਂਦੀ ਹੈ ਇਹ ਚੀਜ਼। ਥਰਡ ਹੈ ਸਮੱਸਿਆਵਾਂ ਨੂੰ ਬਿਹਤਰੀਨ ਨਾਲ ਪੇਸ਼ ਕਰਦੀ ਹੈ। ਅਤੇ ਫੋਰਥ ਹੈਗਾ ਸਮੱਸਿਆ ਲਈ ਭਾਸ਼ਾ ਸਿਧਾਂਤ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ। ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਜੀ ਸਮੱਸਿਆ ਨੂੰ ਹੱਲ ਕਰਨ ਵਿੱਚ ਇਹ ਸਫਲ ਬਣਾਉਂਦੀ ਹੈ। ਰੈਮੀਡਲ ਟੀਚਿੰਗ ਕੀ ਆ, ਕਿਸੇ ਬੱਚੇ ਦੀਆਂ ਪ੍ਰੋਬਲਮਸ ਨੂੰ, ਕਾਰਨਾਂ ਦਾ ਪਤਾ ਲਗਾ ਕੇ ਉਹਨਾਂ ਨੂੰ ਜਿਹੜਾ ਕਿ ਸੋਲਵ ਕਰਾਉਣਾ, ਯਾਨੀ ਕਿ ਸਫਲ ਬਣਾਉਣ ਵਿੱਚ ਇਹ ਜਿਹੜੀ ਹੈਲਪ ਕਰਦੀ ਹੈ। ਇਕੱਲੀ ਸਮੱਸਿਆਵਾਂ ਦੀ ਪਹਿਚਾਣ ਕਰਨ ਵਿੱਚ ਇਹ ਵਧੇਰੇ ਜਿਹੜੀ ਕੀ ਆ ਪੱਧਰ ਨੂੰ ਵਧਾਉਂਦੀ ਹੈ। ਅਸੀਂ ਇਹ ਨਹੀਂ ਕਹਿ ਸਕਦੇ ਕਿ ਇੱਕ ਮੁਸ਼ਕਲਾਂ ਦਾ ਪਤਾ ਲਗਾਇਆ ਜਾਵੇ ਅਤੇ ਉਹਨੂੰ ਸੋਲਵ ਹੀ ਨਾ ਕੀਤਾ ਜਾਵੇ, ਠੀਕ ਹੈ। ਸਮੱਸਿਆਵਾਂ ਨੂੰ ਬਿਹਤਰੀਨ ਨਾਲ ਪੇਸ਼ ਕੀਤਾ ਜਾਂਦਾ। ਇਕੱਲੀ ਪ੍ਰੋਬਲਮਸ ਨੂੰ ਪੇਸ਼ ਕਰਨ ਨਾਲ ਕੁਛ ਨਹੀਂ ਹੈਗਾ, ਸੋਲਵ ਕਰਨਾ ਵੀ ਜਿਹੜਾ ਕੀ ਆ ਜ਼ਰੂਰੀ ਹੈ, ਠੀਕ ਹੈ। ਸਮੱਸਿਆਵਾਂ ਲਈ ਭਾਸ਼ਾ ਸਿਧਾਂਤ ਦੀ ਜਾਣਕਾਰੀ ਪ੍ਰਦਾਨ ਕਰਦੀ ਹੈ, ਠੀਕ ਹੈ, ਵੀ ਇਹਦੇ ਨਾਲ ਸਾਨੂੰ ਪਤਾ ਲੱਗਦਾ ਕਿ ਬੱਚੇ ਵਿੱਚ ਕਿਹੜੀ ਜਿਹੜੀ ਕਿ ਪ੍ਰੋਬਲਮ ਆ ਰਹੀ ਹੈ। ਇਕੱਲੀ ਇਹ ਚੀਜ਼ ਨਹੀਂ, ਅਸੀਂ ਇਹ ਕਹਿ ਸਕਦੇ ਹਾਂ ਕਿ ਸਮੱਸਿਆਵਾਂ ਦਾ ਪਤਾ ਕਰਕੇ ਉਹਨੂੰ ਹੱਲ ਕਰਨ ਵਿੱਚ ਸਫਲ ਬਣਾਉਂਦੀ ਹੈ, ਜਿਹੜੀ ਕਿ ਉਪਚਾਰਾਤਮਕ ਸਿੱਖਿਆ ਰੈਮੀਡਲ ਟੀਚਿੰਗ, ਠੀਕ ਹੈ। ਨੈਕਸਟ ਜੀ ਅੱਗੇ ਆਪਣਾ ਪੈਰਾਗ੍ਰਾਫ ਆ ਗਿਆ। ਤਾਂ ਹੁਣ ਆਪਾਂ ਦੇਖਾਂਗੇ ਕਿ ਜਿਵੇਂ ਕਿ ਪਹਿਲਾਂ ਹੀ ਮੈਂ ਤੁਹਾਨੂੰ ਦੱਸਿਆ ਪੈਰਾ ਦੇਖੋ ਇਹਦੇ 'ਚ ਥੋੜ੍ਹਾ ਜਿਹਾ ਵੱਡਾ ਹੈਗਾ, ਕਈ ਵਾਰ ਐਵੇਂ ਹੋ ਜਾਂਦਾ ਹੈਗਾ, ਬਟ ਕੁਐਸਚਨ ਜਿਹੜੇ ਕਿ ਈਜ਼ਲੀ ਇਹਦੇ ਵਿੱਚ ਫਾਈਂਡ ਕਰ ਸਕਦੇ ਹੋ। ਪੂਰਾ ਪੈਰਾ ਪੜ੍ਹਨ ਦੀ ਜ਼ਰੂਰਤ ਨਹੀਂ ਹੈਗੀ, ਕੁਐਸਚਨ ਨੂੰ ਪੜ੍ਹੋ ਅਤੇ ਉਹਦੇ ਵਿੱਚ ਆਨਸਰ ਫਾਈਂਡ ਕਰਨ ਦੀ ਕੋਸ਼ਿਸ਼ ਕਰਨੀ, ਕਿਉਂਕਿ ਐਗਜ਼ਾਮ ਦੇ ਵਿੱਚ ਇੰਨਾ ਟਾਈਮ ਨਹੀਂ ਹੁੰਦਾ, ਠੀਕ ਹੈ। ਫਸਟ ਹੈਗਾ ਸੂਖਮ ਕਲਾ ਕਿਸ ਨੂੰ ਆਖਿਆ ਗਿਆ ਹੈ, ਠੀਕ ਹੈ। ਇਹਦਾ ਫਸਟ ਹੈਗਾ ਫਿਲਮਾਂ ਨੂੰ, ਸਾਹਿਤ ਨੂੰ, ਸਰੂਪ ਨੂੰ ਜਾਂ ਵਿਚਾਰਨ ਨੂੰ। ਅਤੇ ਇਹਦਾ ਆਪਾਂ ਰਾਈਟ ਆਨਸਰ ਲੱਭਾਂਗੇ ਜੀ ਫਸਟ ਦੇ ਵਿੱਚ ਹੀ ਦਿੱਤਾ ਹੋਇਆ, ਠੀਕ ਹੈ। ਸਾਹਿਤ ਇੱਕ ਸੂਖਮ ਕਲਾ ਹੈ ਅਤੇ ਇੱਕ ਸੂਖਮ ਕਲਾ ਦੀ ਹੈਸੀਅਤ ਵਿੱਚ ਸਹਿਜ ਸਵਾਦ ਉਪਜਾਉਣ ਇਸ ਵਿਸ਼ੇਸ਼ ਲੱਛਣ ਹੈ। ਕੀ ਹੈ? ਸ਼ਾਇਦ ਇਹ ਇੱਕ ਅੰਤਰਸ਼ੀਲ ਗੁਣ ਹੈ ਜਿਸ ਕਰਕੇ ਇਸ ਨੂੰ ਸਾਹਿਤ ਲਿਖਤਾਂ ਹੋਰ ਲਿਖਤਾਂ ਵੱਲੋਂ ਵੱਖਰੇ ਜਿਹੜੇ ਕੀ ਹੈ ਸਰੂਪ ਵਾਲੀਆਂ ਹਨ। ਸਾਹਿਤ ਕੀ ਹੈ? ਇਹਦੇ ਵਿੱਚ ਲਿਟਰੇਚਰ ਦੀ ਗੱਲ ਕੀਤੀ ਗਈ ਹੈ, ਠੀਕ ਹੈ। ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਜੀ ਸੈਕਿੰਡ ਸਾਹਿਤ ਨੂੰ, ਕਿਉਂਕਿ ਫਿਲਮਾਂ ਬਾਰੇ ਕੋਈ ਗੱਲ ਨਹੀਂ ਹੋਈ, ਸਰੂਪ ਨੂੰ ਨਹੀਂ ਇਹਨਾਂ ਨੇ ਕਿਹਾ, ਸਰੂਪ ਦੇ ਬਾਰੇ ਗੱਲ ਕਹੀ ਹੋਈ ਉਹ ਇੱਕ ਕਾਰਨ ਆ, ਹੈ ਨਾ, ਕੋਈ ਚੀਜ਼ ਆ ਉਹਦੇ ਬਾਰੇ ਦੱਸਿਆ ਗਿਆ। ਤਾਂ ਜੇਕਰ ਵਿਚਾਰਵਾਨਾਂ ਦੀ ਕੋਈ ਗੱਲ ਨਹੀਂ ਹੋਈ ਪਹਿਰੇ ਦੇ ਵਿੱਚ, ਠੀਕ ਹੈ। ਤਾਂ ਇਹਦੇ ਵਿੱਚ ਲਿਟਰੇਚਰ ਦੀ ਗੱਲ ਕੀਤੀ ਗਈ ਹੈ। ਨੈਕਸਟ ਕੁਐਸਚਨ ਹੈਗਾ ਕਲਾ ਲਈ ਸਿਧਾਂਤ ਲਈ ਸਾਹਿਤ ਦਾ ਕੀ ਮਨੋਰਥ ਹੈ, ਠੀਕ ਹੈ। ਲਿਟਰੇਚਰ ਦੇ ਵਿੱਚ ਇਹਦਾ ਕੀ ਮਨੋਰਥ ਹੈਗਾ? ਫਸਟ ਹੈਗਾ ਜੀ ਜਨਤਾ ਦੀ ਅਗਵਾਈ ਕਰਨਾ, ਮਨੁੱਖ ਜਾਤੀ ਦਾ ਭਲਾ ਕਰਨਾ, ਉਚੇਰਾ ਕਰਮ ਕਰਨਾ ਜਾਂ ਨਿਰੋਲ ਸਹਿਜ ਸਵਾਦ, ਠੀਕ ਹੈ। ਤਾਂ ਇਹਦਾ ਇੱਥੇ ਰਾਈਟ ਆਨਸਰ ਆਹ ਪਿਆ ਜੀ। ਕਈ ਵਿਚਾਰਵਾਨ ਜਿਹੜੇ ਕਲਾ ਲਈ ਸਿਧਾਂਤ ਵਾਲੇ ਹਨ ਉਹਨਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਸਾਹਿਤ ਨੂੰ ਨਿਰੋਲ ਸਹਿਜ ਸੁਧਾਰ ਦੇ ਉਤਪੰਨ ਕਰਨ ਤੋਂ ਬਿਨਾਂ ਹੋਰ ਕੋਈ ਉਚਾਰਨ ਕਾਰਨ ਨਹੀਂ ਬਣਦਾ। ਤਾਂ ਇਹਦਾ ਜਿਹੜਾ ਕੀ ਹੈ ਰਾਈਟ ਆਨਸਰ ਹੈਗਾ ਨਿਰੋਲ ਸਹਿਜ ਸਵਾਦ, ਠੀਕ ਹੈ। ਨੈਕਸਟ ਅੱਗੇ ਆ ਗਿਆ ਸਾਹਿਤ ਜਨਤਾ ਦਾ ਕੀ ਹੈ? ਫਸਟ ਹੈਗਾ ਜੀ ਥੋੜ੍ਹਾ ਜਿਹਾ ਉੱਪਰ ਕਰਦੇ ਹਾਂ, ਇਹਦਾ ਫਸਟ ਹੈਗਾ ਜੀ ਵਿਗਿਆਨਿਕ ਸੋਚ ਆ, ਕਲਾ, ਡੰਗੋਰੀ ਆ ਜਾਂ ਉੱਤਮ ਫਰਜ਼ ਆ। ਤਾਂ ਇਹਦਾ ਜਿਹੜਾ ਕਿ ਰਾਈਟ ਆਨਸਰ ਹੈਗਾ ਜਿਵੇਂ ਕਿ ਕਿਸੇ ਵਿਚਾਰਨ ਨੇ ਕਿਹਾ ਹੈ ਕਿ ਸਾਹਿਤ ਜਨਤਾ ਦੀ ਡੰਗੋਰੀ ਹੈ, ਠੀਕ ਹੈ। ਤਾਂ ਇਹਦਾ ਜਿਹੜਾ ਕਿ ਰਾਈਟ ਆਨਸਰ ਫਿਰ ਕੀ ਬਣ ਗਿਆ? ਡੰਗੋਰੀ। ਥਰਡ ਇਹਦਾ ਰਾਈਟ ਆਨਸਰ ਹੈ। ਨੈਕਸਟ ਹੈ ਉਪਰੋਕਤ ਪੂਰੇ ਪੈਰੇ ਦਾ ਜੇਕਰ ਢੁਕਵਾਂ ਸਿਰਲੇਖ ਦੱਸਿਆ ਜਾਵੇ ਤਾਂ ਕੀ ਹੈ? ਫਸਟ ਹੈ ਕਹਾਣੀ ਹੈ, ਇੱਕ ਸੈਕਿੰਡ, ਇਹਦਾ ਕੁਐਸਚਨ ਕੀ ਹੈ ਕਿ ਫਸਟ ਹੈਗਾ ਜੀ ਕਹਾਣੀ ਹੈ, ਕਵਿਤਾ, ਸਾਹਿਤ ਅਤੇ ਵਿਗਿਆਨ ਜਾਂ ਸਿਹਤ ਕੀ ਹੈ? ਤਾਂ ਜੇਕਰ ਅਸੀਂ ਪੂਰੇ ਪੈਰੇ ਦੀ ਗੱਲ ਕਰੀਏ ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਬਣਦਾ ਹੈਗਾ ਜੀ, ਮੈਂ ਤੁਹਾਨੂੰ ਦੱਸ ਦਿੰਦੀ ਕੀ ਇਹਦਾ ਰਾਈਟ ਆਨਸਰ ਸਾਹਿਤ ਕੀ ਹੈ। ਇਹ ਇਹਦਾ ਰਾਈਟ ਆਨਸਰ ਹੈਗਾ ਕਿਉਂਕਿ ਇਹਦੇ ਵਿੱਚ ਪੂਰੀ ਲਿਟਰੇਚਰ ਦੀ ਗੱਲ ਕਹੀ ਗਈ ਹੈ, ਪੂਰੇ ਪੈਰੇ ਤੋਂ ਜਿਹੜਾ ਕਿ ਕਲੀਅਰ ਹੁੰਦਾ ਕਿ ਲਿਟਰੇਚਰ ਬਾਰੇ ਦੱਸਿਆ, ਤੇ ਇਹ ਇਹਦਾ ਰਾਈਟ ਆਨਸਰ ਹੈ। ਨੈਕਸਟ ਹੈਗਾ ਹੇਠ ਲਿਖਿਆਂ ਵਿੱਚੋਂ ਸਮਾਸੀ ਸ਼ਬਦ ਚੁਣੋ, ਠੀਕ ਹੈ। ਕਿਹੜੇ ਸ਼ਬਦ ਚੁਣਨੇ ਆ? ਸਮਾਸੀ ਸ਼ਬਦ ਚੁਣਨੇ ਆ। ਫਸਟ ਹੈ ਨਵੀਂ ਦ੍ਰਿਸ਼ਟੀ ਹੈ, ਸਹਿਜ ਸੁਆਦ ਆ, ਬਜਾਬਾਨ ਤੇ ਜਨਤਾ, ਤੇ ਫੋਰਥ ਹੈਗਾ ਜੀ ਗੁਪਤ ਤੇ ਵੈਰੀ, ਠੀਕ ਹੈ। ਤਾਂ ਇਹਦਾ ਰਾਈਟ ਆਨਸਰ ਜੇਕਰ ਬਣਦਾ ਹੈਗਾ ਜੀ ਉਹ ਹੈਗਾ ਸਹਿਜ ਸੁਆਦ, ਠੀਕ ਹੈ। ਜਿਵੇਂ ਮੈਂ ਕਿਹਾ ਸੀ ਵਿਆਹ ਸ਼ਾਦੀ, ਠੀਕ ਹੈ। ਤਾਂ ਇਸ ਤਰੀਕੇ ਨਾਲ ਜਿਹੜਾ ਕੀ ਹੈ ਜਿੱਥੇ ਤੁਹਾਨੂੰ ਮੀਨਿੰਗ ਪੂਰੇ ਦੋਵਾਂ ਦੇ ਕਲੀਅਰ ਹੁੰਦੇ ਹੋਣ ਸਮਾਸੀ ਸ਼ਬਦ, ਹੁਣ ਤੱਕ ਆਪਾਂ ਬਹੁਤ ਸਾਰੇ ਪੇਪਰ ਡਿਸਕਸ ਕਰ ਚੁੱਕੇ ਹੈਗੇ ਇਸ ਤੋਂ ਪਹਿਲਾਂ, ਤਾਂ ਹੁਣ ਤੁਹਾਨੂੰ ਪਤਾ ਲੱਗ ਗਿਆ ਹੋਊਗਾ ਕਿ ਸਮਾਸੀ ਸ਼ਬਦ ਜਿਹੜਾ ਕਿ ਇੱਕ ਜ਼ਰੂਰ ਆਊਗਾ, ਠੀਕ ਹੈ। ਅਤੇ ਉਹ ਤੁਹਾਡਾ ਹੁਣ ਰੋਂਗ ਨਹੀਂ ਜਾਣਾ ਚਾਹੀਦਾ। ਨੈਕਸਟ ਹੈਗਾ ਜੀ
शुभ शब्द का विरोधी शब्द की है, ये भी तुहानूं क्लीयर हो चुका है कि हुण आप जिन्हें पेपर डिस्कस किए उहदे विच जिहड़े कि विरोधी शब्द आउंदे आ। शुभ शब्द की है, गैर शुभ आ, अशुभ आ, ना शुभ आ, जां फोर्थ हैगा जी शुभहीन आ। ठीक है, शुभहीन तो पॉजिटिव हो गया। तो इहदा जिहड़ा कर आपां राइट आंसर देखते हैं तो इहदा राइट आंसर हैगा अशुभ। अशुभ इहदा जिहड़ा की है राइट आंसर हैगा। क्यों? क्योंकि इहदे विच की पुछया गया सी, शुभ का पुछया गया सी, तो शुभ का विरोधी शब्द हो गया जी अशुभ। अशुभ। नैक्सट क्वेश्चन हैगा ਸਾਹਿਤ शब्द का बहुवचन दसो। ठीक है, बहुवचन दसना है ਸਾਹਿਤ का। फर्स्ट हैगा जी ਸਹਿਤ, ਸਹਿਤਾਂ, ਸਹਿਤਾਵਾਂ ਜਾਂ ਬਹੁਤ ਸਹਿਤ। ਇਹਦਾ ਰਾਈਟ ਆਨਸਰ ਜਿਹੜਾ ਕੀ ਹੈ ਫਸਟ ਹੀ ਬਣਦਾ। ਇਹੀ ਆਪਣੇ ਆਪ ਵਿੱਚ ਇੱਕ ਬਹੁਤ ਸ਼ਬਦ ਹੈਗਾ। ਠੀਕ ਹੈ, ਨੈਕਸਟ ਕੁਐਸਚਨ ਹੈਗਾ ਗੁਪਤ ਸ਼ਬਦ ਦਾ ਅਰਥ ਦੱਸੋ। ਠੀਕ ਹੈ, ਗੁਪਤ ਸ਼ਬਦ ਕੀ ਹੁੰਦਾ? ਗੁਪਤ ਮਤਲਬ ਹੁੰਦਾ ਕਿਸੇ ਚੀਜ਼ ਨੂੰ ਲੁਕੋ ਕੇ ਜੇ ਰੱਖ ਦੇਣਾ ਹੈ ਨਾ। ਕੀ ਹੈ? ਸਪਸ਼ਟ ਆ, ਸਾਹਮਣੇ ਹੈ, ਗੁੰਜਾ ਜਾਂ ਖੁੱਲੇ ਆਮ। ਤਾਂ ਇਹਦਾ ਰਾਈਟ ਆਨਸਰ ਹੈਗਾ ਜੀ ਉਹ ਹੈਗਾ ਗੁੰਜਾ। ठीक है, स्पष्ट तो सामने हो गया ना, सामने वो चीज़ हो नहीं सकती, खुले आम हो नहीं सकती। तो ये तिन्ने जड़े कि पॉजिटिव आ, तो ये थर्ड जड़ा की आ वो रोंग हैगा, जड़ा कि सॉरी ਇਹਦਾ अर्थ हैगा। नैक्सट क्वेश्चन हैगा ਸਹਿਤ ਲਿਖਤਾਂ ਦਾ ਹੋਰ ਲਿਖਤਾਂ ਨਾਲੋਂ ਵਖਰੇਵੇਂ ਦਾ ਕੀ ਕਾਰਨ ਆ। ठीक है, सहज स्वाद आ। ठीक है, उचेरे क्रम होना, गुप्त वैरी होना ਜਾਂ जनता का समाम होना। तो ਇਹਦਾ ਆਪਾਂ ਜਿਹੜਾ ਦੇਖਦੇ ਹਾਂ ਇਹਦੇ ਵਿੱਚ ਹੀ ਆਨਸਰ ਦਿੱਤਾ ਹੋਊਗਾ ਪਹਿਰੇ ਦੇ ਵਿੱਚ। ਤੇ ਇਹਦਾ ਜਿਹੜਾ ਆਨਸਰ ਹੈਗਾ ਜੀ ਹੈਗਾ ਇਸ ਸਿਧਾਂਤ ਨੂੰ ਕੇਵਲ ਨਿੰਦਨੀ ਹੀ ਨਹੀਂ ਸਗੋਂ ਇਸ ਵਿਚਾਰ ਧਾਰਾ ਨੂੰ ਸਿਹਤ ਰਚਨਾ ਦਾ ਇੱਕ ਵੱਡਾ ਤੇ ਗੁਪਤ ਵੈਰੀ ਸਮਝਦੀ ਹੈ। ਠੀਕ ਹੈ, ਤਾਂ ਇਸ ਕਰਕੇ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਉਹ ਹੈਗਾ ਜੀ ਥਰਡ ਗੁਪਤ ਵੈਰੀ ਹੋਣਾ। ਨੈਕਸਟ ਅੱਗੇ ਕਵਿਤਾ ਆ ਗਈ ਇੱਕ। ਠੀਕ ਹੈ, ਤੇ ਕਵਿਤਾ ਦੇ ਵਿੱਚੋਂ ਆਪਾਂ ਹੁਣ ਕੋਸ਼ਿਸ਼ ਕਰਾਂਗੇ ਆਨਸਰ ਲੱਭਣ ਦੀ। ਫਸਟ ਹੈ ਉਪਰੋਕਤ ਕਵੀ ਟੁਕੜੀ ਵਿੱਚ ਸ਼ਿਵ ਕੁਮਾਰ ਦੀ ਕਿਹੜੀ ਕਵਿਤਾ ਵਿੱਚੋਂ ਲਈ ਗਈ ਹੈ। ਫਸਟ ਹੈਗਾ ਜੀ ਆਟੇ ਦੀਆਂ ਚਿੜੀਆਂ, ਕੰਡਿਆਲੀ ਥੋਰ, ਲੂਣਾ ਜਾਂ ਮੈਨੂੰ ਵਿਦਾ ਕਰੋ। ਠੀਕ ਹੈ, ਤੇ ਇਹਦਾ ਰਾਈਟ ਆਨਸਰ ਹੈਗਾ ਜੀ ਉਹ ਹੈਗੀ ਕੰਡਿਆਲੀ ਥੋਰ, ਕਿਉਂਕਿ ਇਹਦੇ ਵਿੱਚ ਪੜ੍ਹ ਕੇ ਪੂਰਾ ਆਈਡੀਆ ਲਗਾ ਸਕਦੇ ਹਾਂ। ठीक है, कि यह कंडियाली थोर है। ठीक है, जो तुसी इनू पूरी तरीके नाल पढ़ोगे, देखो सीधा डायरैक्ट ये नहीं दिता होगा, एक दो बारी तुहानूं ये पढ़ के कविता नूं समझ लगूगी। ठीक है, हुण जे कंडियाली थोड़ ये वर्ड लभन लग गए तो वो वर्ड नहीं मिलूगा, बट तुहानूं कविता पढ़ के एक दो बारी तुहानूं समझ जरूर लगूगी कि ये मीनिंग की दस रहा। ठीक है, की कहना चाहुंदा कवि। नैक्सट है उपरोक्त कवि सत्तरां विच वर्दी शब्द का की अर्थ है। की है वर्दी शब्द का अर्थ की है? फस्ट हैगा जी वर्दी, बदलदी, मालकन ਜਾਂ ਦਾਸੀ। ਤਾਂ ਇਹਦਾ ਆਪਾਂ ਜ਼ਰੂਰ ਆਨਸਰ ਵੇਖ ਲੈਂਦੇ ਆ ਇਹਦੇ ਵਿੱਚ ਪੜ੍ਹ ਕੇ। ਮੈਂ ਰਾਜੇ ਦੀ ਵਰਦੀ ਆੜਿਆ ਤੂੰ ਰਾਜੇ ਦਾ ਜਾਇਆ। ਠੀਕ ਹੈ, ਇਹਦੇ ਵਿੱਚ ਹੀ ਲਿਖਿਆ ਹੋਇਆ ਕਿ ਰਾਜੇ ਦੀ ਵਰਦੀ ਆੜਿਆ ਤੂੰ ਰਾਜੇ ਦਾ ਜਾਇਆ। ਤਾਂ ਇਹਦਾ ਜਿਹੜਾ ਰਾਈਟ ਆਨਸਰ ਹੈਗਾ ਦੇਖੋ ਵਰਦੀ ਤਾਂ ਇਹਦੇ ਵਿੱਚ ਹੋ ਹੀ ਨਹੀਂ ਸਕਦਾ। ਠੀਕ ਹੈ, ਬਦਲਦੀ ਹੈ ਨਹੀਂ, ਮਾਲਕਨ ਨਹੀਂ, ਤਾਂ ਇਹਦਾ ਰਾਈਟ ਆਨਸਰ ਹੈਗਾ ਜੀ ਦਾਸੀ। ਠੀਕ ਹੈ, ਨੈਕਸਟ ਕੁਐਸਚਨ ਹੈਗਾ ਰਾਜੇ ਦੇ ਜਾਏ ਦਾ ਤੁਕ ਦਾ ਕੀ ਭਾਵ ਹੈ। ਠੀਕ ਹੈ, ਰਾਜੇ ਦਾ ਜਾਏ ਦਾ ਮਤਲਬ ਕੀ ਹੈ? फस्ट है राजे दे घर जाण वाला, राजे दा मामा, राजे दा पुत्तर जां राजे दा ताया। तो यदा राइट आंसर हैगा जी राजे दा पुत्तर। ठीक है, तू राजे दा जाया जाने कि तू राजे दा पुत्तर आ। ठीक है, तो यदा राइट आंसर है। नैक्सट क्वेश्चन है उपरोक्त कविता विच वरते गए शब्द जेठ ते सौन का की भाव है। ठीक है, जाने कि जड़े कि ਦਿੱਤੇ ਗਏ ਆ ਇਹਦਾ ਮਤਲਬ ਕੀ ਹੈ। ਫਸਟ ਹੈਗਾ ਦੇਸੀ ਮਹੀਨੇ ਆ, ਮੇਲੇ ਆ, ਰਿਸ਼ਤੇਦਾਰ ਆ ਜਾਂ ਆਰਾਮ ਕਰਨ ਦੇ ਕਿਰਿਆਵਾਂ। ਤੇ ਇਹਦਾ ਰਾਈਟ ਆਨਸਰ ਹੈਗਾ ਜੀ ਉਹ ਹੈਗਾ ਦੇਸੀ ਮਹੀਨੇ, ਕਿਉਂਕਿ ਹਰ ਇੱਕ ਨੂੰ ਪਤਾ ਕਿ ਜੇਠ ਤੇ ਸੌਣ ਜਿਹੜੇ ਕੀ ਆ ਦੇਸੀ ਮਹੀਨੇ ਹੁੰਦੇ ਆ। ਠੀਕ ਹੈ, ਨੈਕਸਟ ਕੁਐਸਚਨ ਹੈਗਾ ਚੰਨ ਚੜਿਆ ਦਿਓ ਵੇਲੇ ਤੋਂ ਕੀ ਭਾਵ ਹੈ। ਠੀਕ ਹੈ, ਤਾਂ ਇਹਦਾ ਦੱਸਣਾ ਸ਼ਾਮ ਵੇਲੇ ਚੰਨ ਚੜ੍ਹਨਾ, ਸੈਕਿੰਡ ਹੈ ਦਿਨ ਵੇਲੇ ਚੰਨ ਚੜ੍ਹਨਾ, ਰਾਤ ਵੇਲੇ ਚੰਨ ਚੜ੍ਹਨਾ। ਤਾਂ ਦੋਵੇਂ ਤਾਂ ਕਵਿਤਾ ਦੇ ਅਕੋਰਡਿੰਗ ਜੇਕਰ ਇਹਦੇ ਵਿੱਚ ਆਨਸਰ ਦਿੱਤਾ ਗਿਆ ਹੈਗਾ ਤਾਂ ਉਹ ਹੈਗਾ ਜੀ ਦਿਨ ਵੇਲੇ ਚੰਨ ਚੜ੍ਹਨਾ। ਇਹਦਾ ਰਾਈਟ ਆਨਸਰ ਆ। ਇਹ ਨਹੀਂ ਉੱਥੇ ਤੁਸੀਂ ਆਪਦੇ ਵੱਲੋਂ ਇਹ ਚੀਜ਼ ਲਾ ਦਿਓ ਕਿ ਹਾਂਜੀ ਚੰਨ ਚੜ੍ਹਿਆ ਦਾ ਮਤਲਬ ਇਹ ਹੋ ਗਿਆ ਕਿ ਸ਼ਾਮ ਨੂੰ ਚੰਨ ਚੜ੍ਹਦਾ, ਅਤੇ ਇਹਦਾ ਮਤਲਬ ਅਸੀਂ ਸ਼ਾਮ ਵੇਲੇ ਦਾ ਚੰਨ ਦੇ ਉੱਤੇ ਟਿੱਕ ਲਾ ਦਈਏ। ਨਹੀਂ, ਕਵਿਤਾ ਨੂੰ ਦੇਖ ਕੇ ਉਸ ਚੀਜ਼ ਦਾ ਕਨਸੈਪਟ ਕਲੀਅਰ ਕਰਕੇ ਹੀ ਤੁਸੀਂ ਇਹਦੇ ਵਿੱਚ ਆਨਸਰ ਲਾਉਣਾ। ਇਹਦੇ ਵਿੱਚ ਦਿੱਤਾ ਵੀ ਹੋਇਆ, नीचे दिता होया ज्यों भी चकमी पहचान ना सके चन्न चढ़िया दो वेले। ठीक है, तो इस तरीके नाल तुसी कविता नूं पढ़ के ही उहदा आंसर लाउणा, आपदे वल्लों नहीं तुसी आंसर लाउणे। नैक्सट हैगा जी जो कि अज दा अपना लास्ट हैगा आंसर सॉरी क्वेश्चन, इस कवि टुकड़ी विच संबोधन करता किस दा वास्ता पा रही है।
ਕਿਹਦਾ ਵਾਸਤਾ ਪਾ ਰਹੀ ਹੈ। ਫਸਟ ਹੈ ਮਜ਼ਦੂਰੀ ਦਾ, ਤੀਆਂ ਦੇ ਮੇਲੇ ਦਾ, ਪਿਆਰ ਦਾ ਜਾਂ ਮੋਹਰਾਂ ਦਾ। ਤਾਂ ਪੂਰਾ ਜੇਕਰ ਅਸੀਂ ਕਵਿਤਾ ਨੂੰ ਪੜ੍ਹੀਏ ਤਾਂ ਉਹਦੇ ਵਿੱਚ ਆਨਸਰ ਜਿਹੜਾ ਕੀ ਹੈਗਾ ਜੀ ਉਹ ਹੈਗਾ ਪਿਆਰ ਦਾ ਵਾਸਤਾ ਪਾ ਰਹੀ ਆ, ਇਹ ਇਹਦਾ ਰਾਈਟ ਆਨਸਰ ਆ। ਅਤੇ ਇਸ ਤਰੀਕੇ ਨਾਲ ਤੁਸੀਂ ਈਜ਼ੀ ਜਿਹੇ ਕੁਐਸਚਨ ਇਹਦੇ ਵਿੱਚ ਸੋਲਵ ਕਰ ਸਕਦੇ ਹੋ ਅਤੇ ਪੂਰੇ ਦੇ ਪੂਰੇ ਜਿਹੜੇ ਕੀ ਹੈ ਕੁਐਸਚਨ ਰਾਈਟ ਕਰਕੇ ਵਧੀਆ ਇਹਦੇ ਵਿੱਚ ਨੰਬਰ ਲੈ ਸਕਦੇ ਹੋ। ਕੋਸ਼ਿਸ਼ ਕਰਿਓ, ਮੈਂ ਇੱਕ ਚੀਜ਼ ਹੋਰ ਕਹਿਣੀ ਸੀ ਕਿ ਇਕੱਲੀ ਪੰਜਾਬੀ ਦੇ ਪੇਪਰ ਤਾਂ ਚਲੋ ਮੈਂ ਸੋਲਵ ਕਰਾ ਰਹੀ ਹਾਂ ਜਿਹਦੇ ਨਾਲ ਤੁਹਾਨੂੰ ਹੈਲਪ ਮਿਲ ਰਹੀ ਹੈ ਇਸ ਚੀਜ਼ ਦੇ ਬਾਰੇ, ਬਟ ਕੋਸ਼ਿਸ਼ ਕਰੋ ਕਿ ਜਿਹੜੇ ਤੁਹਾਡੇ ਖੁਦ ਦੇ ਹੋਰ ਟੀਚਿੰਗ ਸਬਜੈਕਟ ਆ ਜਿਵੇਂ SST ਹੈ ਜਾਂ ਕਿਸੇ ਦਾ EVS ਆ, ਮੈਥ ਆ, ਤਾਂ ਉਹਨਾਂ ਬਾਰੇ ਵੀ ਜ਼ਰੂਰ NCERT ਦੀ ਬੁੱਕਸ ਤੋਂ ਪੜ੍ਹੋ ਅਤੇ ਉਹਨਾਂ ਦੇ ਰਿਲੇਟਡ ਜਿਹੜੇ ਪ੍ਰੀਵੀਅਸ ਈਅਰ ਪੇਪਰ ਦੇ ਵਿੱਚੋਂ ਕੁਐਸਚਨ ਸੋਲਵ ਦੀ ਕੋਸ਼ਿਸ਼ ਕਰਨੀ ਹੈ ਤੁਸੀਂ, ਠੀਕ ਹੈ। ਇਕੱਲਾ ਪੰਜਾਬੀ ਦੇ ਨਾਲ ਹੀ ਨਹੀਂ ਸਾਰਾ ਕੁਝ ਹੋ ਜਾਂਦਾ, ਠੀਕ ਹੈ। ਤਾਂ ਮੈਂ ਇਹ ਚੀਜ਼ ਤੁਹਾਨੂੰ ਅੱਜ ਕਹਿਣਾ ਵੀ ਚਾਹੁੰਦੀ ਸੀ ਬਹੁਤ ਪਹਿਲਾਂ, ਬਟ ਮੈਂ ਤੁਹਾਨੂੰ ਚਲੋ ਅੱਜ ਮੈਨੂੰ ਮੌਕਾ ਮਿਲਿਆ ਤਾਂ ਮੈਂ ਤੁਹਾਨੂੰ ਇਹ ਚੀਜ਼ ਕਹਿਤੀ ਹੈ, ਠੀਕ ਹੈ। ਮੇਰੇ ਵੱਲੋਂ ਮੈਂ ਪੰਜਾਬੀ ਦੇ ਤੁਹਾਨੂੰ ਐਗਜ਼ਾਮ ਕਰਾ ਰਹੀ ਹਾਂ, ਠੀਕ ਹੈ, ਸੋਲਵ। ਉਹ ਤੁਹਾਨੂੰ ਹੁਣ ਆਈਡੀਆ ਹੋ ਰਹੇ ਆ। ਕੋਸ਼ਿਸ਼ ਕਰੋ ਕਿ ਆਪਦੇ ਬਾਕੀ ਵੀ ਸਬਜੈਕਟ ਜਿਹੜੇ ਕੀ ਸਟਰੋਂਗ ਕਰੋ, ਠੀਕ ਹੈ। ਤਾਂ ਅੱਜ ਦੀ ਆਪਣੀ ਵੀਡੀਓ ਦੇ ਵਿੱਚ ਆਪਾਂ ਜਿਹੜਾ ਕੀ ਪੇਪਰ ਦੇ ਬਾਰੇ ਡਿਸਕਸ ਕੀਤਾ। ਆਈ ਹੋਪ ਤੁਹਾਨੂੰ ਵੀਡੀਓ ਵਧੀਆ ਲੱਗੀ ਹੋਊਗੀ। ਜੇਕਰ ਤੁਹਾਨੂੰ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ, ਠੀਕ ਹੈ। ਅਤੇ ਮੈਨੂੰ ਕਮੈਂਟਸ ਕਰਕੇ ਵੀ ਦੱਸਿਆ ਕਰੋ ਕਿ ਕਿੰਨੇ ਕੁਐਸਚਨ ਤੁਹਾਡੇ ਰਾਈਟ ਗਏ ਅਤੇ ਵੀਡੀਓਜ਼ ਤੁਹਾਨੂੰ ਕਿਵੇਂ ਵਧੀਆ ਲੱਗੀ। ਮੇਰੀ ਇਸ ਵੀਡੀਓ ਨੂੰ ਵਾਚ ਕਰਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।